सरकार ने वो कानून तो वापस लै लै, पर की सरकार अपने इरादिਆਂ ਤੋਂ ਪਿੱਛੇ ਹਟੀ? ਇਸ ਗੱਲ ਬਾਰੇ ਵੀ ਪੱਕਾ ਯਕੀਨ ਨਹੀਂ। ਖੇਤੀ ਮੰਤਰੀ ਤੇ ਅਜੇ ਵੀ ਕਈ ਵਾਰੀ ਆਖ ਦਿੰਦੇ ਨੇ ਅਸੀਂ ਦੁਬਾਰਾ ਖੇਤੀ ਕਾਨੂੰਨ ਲਿਆ ਸਕਦੇ ਹਾਂ। ਸਿੱਧੀ ਬਿਜਾਈ ਨੂੰ ਕਿਸਾਨ ਪਸੰਦ ਨਹੀਂ ਕਰ ਰਿਹਾ, ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਬਹੁਤ ਸਾਰੇ ਸਾਇੰਸਦਾਨਾਂ ਦਾ ਤੇ ਕਈ ਲੋਕਾਂ ਦਾ ਜ਼ੋਰ ਲੱਗਾ ਹੋਇਆ ਸਾਨੂੰ ਝੋਨੇ ਤੋਂ ਕਿਸਾਨਾਂ ਨੂੰ ਮੋੜਨ ਵਾਸਤੇ ਪੱਕੀ ਕੋਈ ਰਣਨੀਤੀ ਅਪਣਾਉਣੀ ਪਏਗੀ। ਇਹ 1000-1500 ਵਾਲੀ ਸਕੀਮ ਨਾਲ ਕੰਮ ਨਹੀਂ ਜੇ ਚੱਲਣਾ। ਭਾਰਤ ਵਾਲਿਆਂ ਨੇ ਕਣਕ ਬਾਹਰ ਭੇਜਣ ਤੇ ਪਾਬੰਦੀ ਲਾਈ ਤੇ ਰੋਜ਼ UNO ਦੇ ਥਰੂ ਤੇ WHO ਦੇ ਥਰੂ ਜਿਹੜੀਆਂ ਹਨ ਭਾਰਤ ਸਰਕਾਰ ਨੂੰ ਬੇਨਤੀਆਂ ਹੋ ਰਹੀਆਂ ਨੇ ਕਿ ਇਹ ਪਾਬੰਦੀ ਖੋਲੋ। ਮਾਰਜਨਲ ਕਿਸਾਨ, ਸੀਮਾਂਤ ਕਿਸਾਨ ਜਿਹਨਾਂ ਨੂੰ ਕਹਿ ਦਿੰਦੇ ਆ, ਉਹ ਵਿਚਾਰੇ ਜਿਨ੍ਹਾਂ ਕੋਲ ਇੱਕ ਟਰੈਕਟਰ ਹੈ ਜਾਂ ਸਾਂਝਾ ਹੈ ਆਪਣੇ ਕਿਸੇ ਹੋਰ ਸਾਂਝੀਵਾਲ ਦੇ ਨਾਲ, ਉਹ ਮਿਹਨਤ ਕਰਕੇ ਸੋਚਦੇ ਨੇ ਕਿ ਆਹ ਜ਼ਮੀਨ ਵੀ ਸਾਨੂੰ 2-4 ਕਿੱਲੇ ਦਾ ਟੱਕ ਮਿਲ ਜਾਵੇ ਤੇ ਅਸੀਂ ਇਸ ਤੇ ਖੇਤੀ ਕਰੀਏ। ਇੱਕ ਵੱਡਾ ਜ਼ਿਮੀਂਦਾਰ ਉਹਨਾਂ ਨੂੰ ਲੈਣ ਨਹੀਂ ਦਿੰਦਾ। ਰਾਜੇਵਾਲ ਸਾਹਿਬ ਨੇ ਜਿਹੜੀ ਇਹ ਗੱਲ ਕੀਤੀ ਹੈ ਕਿ ਸਰਕਾਰ ਹੁਕਮ ਦੇਵੇ ਕਿ 8 ਜਾਂ 10 ਜਿਹੜੇ ਨੇ ਦਰਖਤ ਉਹ ਲਾਏ ਜਾਣ ਹਰ ਮੋਟਰ ਤੇ। ਜੀ ਬਿਲਕੁਲ, ਇਹ ਹੁਕਮ ਸਰਕਾਰ ਨੇ ਦੇਣਾ। ਸਾਨੂੰ ਆਪ ਨੂੰ ਕਿੰਨੀ ਅਕਲ ਹੈ ਇਸ ਮਾਮਲੇ? ਕੀ ਮੈਂ ਪੁੱਛ ਸਕਦਾ ਸਰਕਾਰ ਨੂੰ ਕਿ ਜਿਹੜੇ ਪਿਛਲੇ 50-50 ਸਾਲਾਂ ਤੋਂ ਸੜਕਾਂ ਦੇ ਕੰਢੇ ਇੰਨੇ ਵੱਡੇ ਸਫੈਦੇ ਲੱਗੇ ਹੋਏ ਨੇ ਜੋ ਧਰਤੀ ਦਾ ਖੂਨ ਪੀ ਰਹੇ ਨੇ ਰੋਜ਼, ਉਹ ਕਿਉਂ ਲੱਗੇ ਹੋਏ ਨੇ? ਉਹਨਾਂ ਦੀ ਜਗ੍ਹਾ ਤੇ ਵਧੀਆ ਦਰਖਤ ਕਿਉਂ ਨਹੀਂ ਲਗਾਏ ਜਾ ਰਹੇ? ਹੁਣ ਡੇਰਾ ਬੱਸੀ ਦੇ ਲਾਗੇ ਇੱਕ ਬੱਚੀ ਜਿਹੜੀ ਅੱਗ ਦੇ ਵਿੱਚ ਝੁਲਸ ਕੇ ਸੜ ਗਈ, ਕੌਣ ਜ਼ਿੰਮੇਵਾਰ ਹੈ ਇਸ ਦਾ? 36 ਥਾਣੇ, 3 ਦਰਜਨ ਥਾਣੇ ਜਿਹੜੇ ਨੇ ਉਹ ਸਿੱਧੀ ਕੁੰਡੀ ਲਾਉਂਦੇ ਹੋਏ ਪਾਏ ਗਏ ਨੇ। ਇਸ ਵਿੱਚ ਕਿਸੇ ਪੁਲਿਸ ਮੁਲਾਜ਼ਮ ਦਾ ਜਾਂ ESI ਦਾ ਜਾਂ SHO ਜਾਂ DSP ਜਾਂ SSP ਦਾ ਕਸੂਰ ਨਹੀਂ। ਇਹ ਸਰਕਾਰਾਂ ਦੀ ਉੱਪਰੋਂ ਸਿਖਰ ਤੋਂ ਨਲਾਇਕੀ ਰਹੀ ਹੈ ਜਿਨ੍ਹਾਂ ਨੇ ਇਹ ਸਿਸਟਮ ਕ੍ਰੀਏਟ ਕੀਤਾ। ਸਰਕਾਰਾਂ ਕਿਵੇਂ ਸੁੱਤੀਆਂ ਰਹੀਆਂ ਵਿਸਲੀਆਂ ਹੋ। ਇਸ ਕਾਰਵਾਈ ਨੂੰ ਹੁਣ ਇੱਕ ਤਰਫਾ ਨਾ ਬਣਾਇਆ ਜਾਵੇ। ਪੁਲਿਸ ਮਹਿਕਮੇ ਨੂੰ ਆਇਡੈਂਟੀਫਾਈ ਕੀਤਾ ਜਾਵੇ। ਸਾਡੇ ਹਸਪਤਾਲ ਤੇ ਪੁਲਿਸ ਇਹ ਬਹੁਤ ਦੋ ਜ਼ਰੂਰੀ ਸੇਵਾਵਾਂ ਨੇ। PAP ਦੇ ਕੰਪਲੈਕਸ ਦੇ ਅੰਦਰ 124 ਦੇ ਵਿੱਚੋਂ 23 ਜਿਹੜੇ ਸੀ ਉਹ ਚੋਰੀ ਕਰਦੇ ਪਾਏ ਗਏ। ਪੁਲਿਸ ਦੇ ਆਪਣੇ ਜਿਹੜੇ ਅਪਾਰਟਮੈਂਟਸ ਨੇ ਜਾਂ ਕੁਆਟਰ ਨੇ ਉਹਨਾਂ ਦੇ ਵਿੱਚ ਕਾਂਗਰਸ ਦਾ ਇਸ ਵੇਲੇ ਖਲਾਰਾ ਪਿਆ ਹੋਇਆ। ਭਾਵੇਂ ਕਿ ਵਿਰੋਧੀ ਪਾਰਟੀ ਹੈ, ਅਕਾਲੀ ਦਲ ਨਾਲੋਂ ਵੱਧ ਸੀਟਾਂ ਨੇ ਉਹਨਾਂ ਕੋਲ, ਪਰ ਕਾਂਗਰਸ ਵਿੱਚ ਜਿੰਨੇ ਮੂੰਹ ਉਨੀਆਂ ਗੱਲਾਂ ਇਸ ਵੇਲੇ ਚੱਲ ਰਹੀਆਂ। ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ TV ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਹੈ ਜੀ ਵਿਚਾਰ ਚਰਚਾ। ਅੱਜ ਦੇ ਪ੍ਰੋਗਰਾਮ 'ਚ ਗੱਲ ਕਰਾਂਗੇ ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ ਨੂੰ ਕੂਚ ਕਰ ਲਿਆ। ਕੀ ਮੋਰਚਾ ਲੱਗ ਜਾਊਗਾ ਜਾਂ ਗੱਲਬਾਤ ਨਾਲ ਹੱਲ ਨਿਕਲ ਜਾਊਗਾ? ਗੱਲ ਪੰਜਾਬ ਦੀ ਸਿਆਸਤ ਦੇ ਵੀ ਅੱਜ ਕਰਾਂਗੇ ਤੇ ਇਹ ਸਾਰੀਆਂ ਗੱਲਾਂ ਬਾਤਾਂ ਕਰਨ ਲਈ ਮੇਰੇ ਨਾਲ ਸਟੂਡੀਓ 'ਚ ਐਜ਼ ਐਨ ਐਕਸਪਰਟ ਮੌਜੂਦ ਨੇ ਕੁਲਦੀਪ ਸਿੰਘ ਹੀਰ ਜੀ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਸਵਾਗਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸਭਲੀਨ। ਕੁਲਦੀਪ ਜੀ, ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਤੋਂ ਹੀ ਸ਼ੁਰੂਆਤ ਕਰਦੇ ਹਾਂ। ਕਿਸਾਨਾਂ ਨੇ ਚਾਲੇ ਪਾ ਲਏ ਨੇ ਚੰਡੀਗੜ੍ਹ ਨੂੰ, ਰਾਸ਼ਨ ਵੀ ਲੈ ਗਏ ਨੇ। CM ਦੇ ਨਾਲ ਮੀਟਿੰਗ ਦਾ ਰੌਲਾ ਸੀ, ਫਿਰ ਖਬਰਾਂ ਆ ਗਈਆਂ ਵੀ ਮੀਟਿੰਗ ਰੱਦ ਹੋ ਗਈ ਹੈ। ਕੀ ਲੱਗਦਾ ਵੀ ਗੱਲਬਾਤ ਦੇ ਨਾਲ ਮਸਲਾ ਹੱਲ ਹੋ ਜਾਊਗਾ ਜਾਂ ਫਿਰ ਲੱਗ ਜੂ ਮੋਰਚਾ, ਕਿਉਂਕਿ ਮੰਗਾਂ ਵੀ ਉਹ ਲੈ ਕੇ ਗਏ ਨੇ 10 ਕੋ? ਗੱਲ ਇਹ ਸਭਲੀਨ ਕਿ ਜਿਹੜਾ ਅੱਗੇ ਵਾਲਾ ਮੋਰਚਾ ਹੈ ਉਹ ਜਿਵੇਂ ਗੁਰਦਾਸ ਮਾਨ ਦਾ ਗੀਤ ਹੈ ਨਾ, ਜਿਹੜੇ ਵਾਜੇ ਵੱਜ ਗਏ ਮੁੜ ਕੇ ਵੱਜਣੇ ਨਹੀਂ। ਏਡੀ ਵੀ ਗੱਲ ਨਹੀਂ ਹੈ, ਪਰ ਉਹ ਇਸ਼ੂ ਬਹੁਤ ਵੱਡਾ ਸੀ। ਉਹ ਇੱਕ ਇਸ਼ੂ ਸੀ। ਕਾਨੂੰਨ ਭਾਵਾਂ ਤਿੰਨ ਸਨ, ਪਰ ਇੱਕ ਮੁੱਦਾ ਸੀ ਜਿਸ ਤੇ 32 ਜਾਂ 132 ਜਾਂ ਹੋਰ ਪਤਾ ਨਹੀਂ ਕਿਹੜੇ ਵਰਗ ਦੀਆਂ ਜਥੇਬੰਦੀਆਂ ਤੇ ਉਹਨਾਂ ਦੇ ਜਿੰਨੇ ਜੁੜੇ ਹੋਏ ਲੋਕ ਸਨ ਉਹ ਸਾਰੇ ਉਸ ਵਿੱਚ ਸ਼ਾਮਲ ਹੋਏ। ਹਰ ਵਰਗ ਨੇ ਸ਼ਮੂਲੀਅਤ ਕੀਤੀ ਤੇ ਉਸ ਕਿਸਾਨ ਮੋਰਚੇ ਨੂੰ ਸਫਲ ਬਣਾਇਆ। ਸਰਕਾਰ ਨੇ ਕਾਨੂੰਨ ਵਾਪਸ ਕੀਤੇ। ਇੱਕ ਮੁੱਦਾ ਸੀ, ਸਰਕਾਰ ਦਾ ਕੋਈ ਜ਼ੋਰ ਨਹੀਂ ਸੀ ਲੱਗਣਾ ਉਸ ਨੂੰ ਵਾਪਸ ਲੈਣ ਦੇ ਵਿੱਚ। ਸਿਰਫ ਇੱਕ ਬੈਕ ਸਟੈਪ ਉਹਨਾਂ ਨੇ ਲੈਣਾ ਸੀ। ਨਾ ਕੋਈ ਸਰਕਾਰ ਦਾ ਐਕਸਟਰਾ ਖਰਚਾ ਹੋਇਆ। ਨੁਕਸਾਨ ਤੇ ਹੋਇਆ ਜੋ ਹੋਇਆ ਕਿਸਾਨਾਂ ਦਾ ਹੋਇਆ। ਕਿਸਾਨਾਂ ਨੇ ਵੱਡੇ ਖਰਚੇ ਕਰਕੇ ਉੱਥੇ ਪੱਕੇ ਡੇਰੇ ਲਾਏ। ਰਾਸ਼ਨ ਵਗੈਰਾ ਕਿਤੇ ਐਵੇਂ ਤਾਂ ਨਹੀਂ ਇਕੱਠੇ ਹੋ ਜਾਂਦੇ। ਸਾਰਾ ਕੁਝ ਕਿਸਾਨਾਂ ਨੇ ਆਪਣੀ ਜੇਬ ਦੇ ਵਿੱਚੋਂ ਕੀਤਾ ਤੇ ਇਹਨਾਂ ਨੂੰ ਫੰਡਿੰਗ ਵੀ ਕਿਤੇ ਹੋਈ ਹੋਵੇਗੀ। ਸਾਰਾ ਕੁਝ ਪੰਜਾਬ ਦੇ ਸਿਰ ਪਿਆ ਜਾਂ ਵਿਦੇਸ਼ੀ ਜਿਹੜੇ ਪੰਜਾਬੀ ਸੀ ਉਹਨਾਂ ਦੇ ਸਿਰ ਪਿਆ, ਤੇ ਜਿਨ੍ਹਾਂ ਨੇ ਵੀ ਮਦਦ ਕੀਤੀ ਉਹ ਲੋਕਾਂ ਦੇ ਸਿਰ ਹੀ ਪਿਆ। ਸਰਕਾਰ ਦਾ ਇਸ ਨਾਲ ਕੋਈ ਇਕਨੋਮਿਕ ਤੌਰ ਤੇ, ਆਰਥਿਕ ਤੌਰ ਤੇ ਲੈਣਾ ਦੇਣਾ ਨਹੀਂ ਸੀ। ਪਰ ਸਰਕਾਰ ਦੀ ਕੁਝ ਕੰਪਨੀਆਂ ਦੇ ਨਾਲ ਜਿਹੜੀ ਗੱਲਬਾਤ ਸੀ ਜਾਂ ਇੱਕ ਸਿਸਟਮ ਉਹ ਬਣਾਉਣਾ ਚਾਹੁੰਦੇ ਸੀ, ਉਸ ਵਿੱਚ ਉਹਨਾਂ ਨੂੰ ਬੈਕ ਸਟੈਪ ਜ਼ਰੂਰ ਲੈਣਾ ਪਿਆ। ਸਰਕਾਰ ਨੇ ਉਹ ਕਾਨੂੰਨ ਤਾਂ ਵਾਪਸ ਲੈ ਲਏ, ਪਰ ਕੀ ਸਰਕਾਰ ਆਪਣੇ ਇਰਾਦਿਆਂ ਤੋਂ ਪਿੱਛੇ ਹਟੀ?
ਇਸ ਗੱਲ ਬਾਰੇ ਵੀ ਪੱਕਾ ਯਕੀਨ ਨਹੀਂ। ਖੇਤੀ ਮੰਤਰੀ ਤੇ ਅਜੇ ਵੀ ਕਈ ਵਾਰੀ ਆਖ ਦਿੰਦੇ ਨੇ ਅਸੀਂ ਦੁਬਾਰਾ ਖੇਤੀ ਕਾਨੂੰਨ ਲਿਆ ਸਕਦੇ ਹਾਂ। ਖੈਰ, ਉਹ ਮੁੱਦਾ ਹਾਲ ਦੀ ਘੜੀ ਠੰਡੇ ਬਸਤੇ ਵਿੱਚ ਹੈ। ਗਰਮੀ ਬਹੁਤ ਹੈ ਤੇ ਕਿਸਾਨਾਂ ਮੂਹਰੇ ਕੁਝ ਇਸ ਵੇਲੇ ਕੁਝ ਖਾਸ ਮੁੱਦੇ ਨੇ, ਜਿਨ੍ਹਾਂ ਵਿੱਚੋਂ ਸਭ ਤੋਂ ਗਰਮ ਮੁੱਦਾ ਹੈ ਝੋਨੇ ਦੀ ਲਵਾਈ ਦਾ। ਜੀ, ਝੋਨੇ ਦੀ ਲਵਾਈ ਜਿਹੜੀ ਹੈ ਸਰਕਾਰਾਂ ਨੇ ਸਖਤੀ ਕਰਨੀ ਸ਼ੁਰੂ ਕੀਤੀ ਸੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਕਿ ਜਿਹੜੀਆਂ ਡੇਟਾਂ ਹਨ ਉਹਨਾਂ ਨੂੰ ਫਿਕਸ ਕੀਤਾ ਜਾਵੇ, ਨਹੀਂ ਤੇ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤੀ ਝੋਨੇ ਦੀ ਲਵਾਈ ਮੁਕੰਮਲ ਹੋ ਜਾਂਦੀ ਸੀ ਤੇ ਕਈ ਕਿਸਾਨ ਅਗੇਤੀ ਥੋੜੇ ਸਮੇਂ ਵਾਲੀ ਝੋਨੇ ਦੀ ਲਵਾਈ ਕਰਕੇ ਫਿਰ ਦੁਬਾਰਾ ਝੋਨੇ ਦੀ ਲਵਾਈ ਕਰਕੇ ਦੋ ਫਸਲਾਂ ਵੀ ਝੋਨੇ ਦੀਆਂ ਕੱਢਦੇ ਸਨ। ਜੀ, ਨਤੀਜਾ ਕੀ ਹੋਇਆ ਕਿ ਸਾਡਾ ਪਿਛਲੇ 10 ਕੁ ਸਾਲਾਂ ਦੇ ਵਿੱਚ ਜ਼ਿਆਦਾ ਨਹੀਂ ਤੇ 50 ਫੁੱਟ ਪਾਣੀ ਜਿਹੜਾ ਥੱਲੇ ਚਲਾ ਗਿਆ। ਬਿਲਕੁਲ। ਹੁਣ ਪਾਣੀ ਤੇ ਪੰਜਾਬ ਦਾ ਥੱਲੇ ਗਿਆ ਤੇ ਇਸ ਵਿੱਚ ਨੁਕਸਾਨ ਕਿਸ ਦਾ ਹੋਇਆ? ਸਰਕਾਰ ਦਾ ਫਿਰ ਕੀ ਗਿਆ? ਸਰਕਾਰ ਦਾ ਇੰਨਾ ਕੀ ਗਿਆ ਕਿ ਸਰਕਾਰ ਨੇ ਜੋ ਪਹਿਲਾਂ 5 ਹਾਰਸ ਪਾਵਰ ਦੀਆਂ ਜਾਂ 7 ਹਾਰਸ ਪਾਵਰ ਦੀਆਂ ਜਾਂ 10 ਹਾਰਸ ਪਾਵਰ ਦੀਆਂ ਮੋਟਰਾਂ ਸੀ ਉਹਨਾਂ ਨੂੰ ਫ੍ਰੀ ਬਿਜਲੀ ਦਿੰਦੇ ਹੁੰਦੇ ਸੀ, ਉਹ ਲੋਡ ਵਧਾ ਕੇ ਤੇ ਹੁਣ ਉਸ ਕਿਸਾਨਾਂ ਕੋਲੋਂ ਪੈਸੇ ਲੈ ਕੇ ਇੱਕ ਵਾਰੀ ਵਧਾਉਣ ਦੇ ਤੇ ਫਿਰ ਉਹ ਹੁਣ ਡਬਲ ਹਾਰਸ ਪਾਵਰ ਦੀਆਂ ਜਾਂ ਤਿੱਗਣੀ ਹਾਰਸ ਪਾਵਰ ਦੀਆਂ ਮੋਟਰਾਂ ਜਿਹੜੀਆਂ ਨੇ ਉਹ ਹੋ ਚੁੱਕੀਆਂ ਨੇ। ਉਹ ਸਰਕਾਰ ਦਾ ਨੁਕਸਾਨ ਹੈ। ਸਭ ਤੋਂ ਵੱਡਾ ਨੁਕਸਾਨ ਕਿਹਦਾ ਹੈ? ਉਹ ਕਿਸਾਨਾਂ ਦਾ ਆਪਣਾ। ਫਿਰ ਕਿਸਾਨਾਂ ਦੀ ਜੇਬ ਵਿੱਚ ਹੋਇਆ। ਬੋਰ ਕਰਨ ਦੇ ਖਰਚੇ ਵੱਧ ਗਏ, ਨਵੀਆਂ ਮੋਟਰਾਂ ਪਾਉਣੀਆਂ ਪੈ ਗਈਆਂ ਔਰ ਜਨਰੇਟਰਾਂ ਤੇ ਤੇਲ ਫੂਕਣਾ ਪੈ ਗਿਆ। ਸਭ ਕੁਝ ਕਿਸਾਨ ਦੇ ਸਿਰ ਪਿਆ ਤੇ ਪੈ ਰਿਹਾ। ਇੱਕ ਗੱਲ ਇਹ ਆ ਕਿ ਪਾਣੀ ਵਾਲਾ ਮਸਲਾ ਅਸੀਂ ਤੇ ਤਾਂ ਆਰਾਮ ਨਾਲ ਬੈਠ ਜਾਈਏ ਜੇ ਇਹ ਥੱਲੇ ਨੂੰ ਜਾਣਾ ਪੱਧਰ ਜਿਹੜਾ ਰੁਕ ਗਿਆ ਹੋਵੇ। ਉਹ ਤੇ ਲਗਾਤਾਰ ਜਾ ਰਿਹਾ। ਇਸ ਵਾਰੀ ਜਿਹੜੀ ਔੜ ਲੱਗੀ ਹੈ ਮਾਰਚ, ਅਪ੍ਰੈਲ ਤੇ ਮਈ ਤਕਰੀਬਨ ਅੱਧਾ ਲੰਘ ਗਿਆ ਹੈ। ਤਕਰੀਬਨ ਸੁੱਕੇ ਲੰਘੇ ਨੇ, ਮਾੜਾ ਮੋਟੇ ਸ਼ਰਾਟੇ ਕਿਤੇ ਪਏ ਹੋਣਗੇ ਤੇ ਕਿਸਾਨਾਂ ਨੂੰ ਝੋਨੇ ਦੀ ਲਵਾਈ ਦਾ ਇਸ ਵੇਲੇ ਸੀਜ਼ਨ ਜਿਹੜਾ ਸਾਹਮਣੇ ਦਿਸ ਰਿਹਾ ਤੇ ਅੱਗਾਂ ਨਾਲ ਅਸੀਂ ਕਾਫੀ ਨੁਕਸਾਨ ਕਰ ਲਿਆ। ਆਪਣਾ ਜਾਨਾਂ ਵੀ ਜਾ ਚੁੱਕੀਆਂ ਨੇ, ਅਜੇ ਵੀ ਸੰਭਲੇ ਨਹੀਂ, ਪਰ ਕੁਝ ਗੱਲਾਂ ਸਾਨੂੰ ਖੁਦ ਬਖੁਦ ਸਮਝਣੀਆਂ ਪੈਣੀਆਂ। ਜੀ, ਸਰਕਾਰ ਨੇ ਕੋਈ ਫਰਮਾਨ ਜਾਰੀ ਕੀਤਾ ਕਿ ਇਸ ਜ਼ਿਲ੍ਹੇ ਵਿੱਚ ਇਸ ਤਰੀਕ ਨੂੰ, ਇਸ ਵਿੱਚ ਇਸ ਨੂੰ, ਥੋੜਾ ਜਿਹਾ ਪਾਣੀ ਦੇ ਪੱਧਰ ਦੇ ਹਿਸਾਬ ਨਾਲ ਜਾਂ ਜ਼ਮੀਨਾਂ ਦੀ ਕੁਆਲਿਟੀ ਦੇ ਹਿਸਾਬ ਨਾਲ ਉਹਨਾਂ ਨੇ ਤਰੀਕਾਂ ਤੈਅ ਕਰ ਦਿੱਤੀਆਂ। ਕਿਸਾਨ ਉਸ ਤੋਂ ਨਾਰਾਜ਼ ਨੇ। ਉਹਨਾਂ ਨੇ ਕਿਹਾ ਕਿ 10 ਜੂਨ ਪੱਕੀ ਤਰੀਕ ਕਰ ਦਿਓ ਪਨੀਰੀ ਪਾਉਣ ਦੀ, ਤੇ ਸਿੱਧੀ ਬਿਜਾਈ ਨੂੰ ਕਿਸਾਨ ਪਸੰਦ ਨਹੀਂ ਕਰ ਰਿਹਾ। ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਬਹੁਤ ਸਾਰੇ ਸਾਇੰਸਦਾਨਾਂ ਦਾ ਤੇ ਕਈ ਲੋਕਾਂ ਦਾ ਜ਼ੋਰ ਲੱਗਾ ਹੋਇਆ, ਪਰ ਜੋ 1500 ਰੁਪਏ ਭਗਵੰਤ ਮਾਨ ਸਰਕਾਰ ਨੇ ਐਲਾਨੇ ਹੋਏ ਸੀ ਤੇ ਉਸ ਤੋਂ ਬਾਅਦ ਜੋ ਇਸ਼ਤਿਹਾਰਬਾਜ਼ੀ ਤੇ ਪੈਸੇ ਖਰਚੇ ਨੇ 1500 ਰੁਪਏ ਜਿਹੜੇ ਸੀ ਉਹ ਏਕੜ ਦੇ ਦਿੱਤੇ ਜਾਣੇ ਸੀ ਸਿੱਧੀ ਬਿਜਾਈ ਵਾਲਿਆਂ ਨੂੰ। ਜੇ ਇਸ਼ਤਿਹਾਰਬਾਜ਼ੀ ਤੇ ਦਿੱਤੇ ਜਾਣ ਵਾਲੇ ਪੈਸੇ ਨੂੰ ਹੋਰ ਜੋੜ ਕੇ ਉਸ ਰਕਮ ਨੂੰ 5000 ਤੱਕ ਕੀਤਾ ਜਾਂਦਾ ਤੇ ਕਿਸਾਨਾਂ ਲਈ ਉਹ ਜ਼ਿਆਦਾ ਬਿਹਤਰ ਫੈਸਲਾ ਹੋ ਸਕਦਾ ਸੀ। ਹੁਣ ਗੱਲ ਇਹ ਹੈ, ਸਿੱਧੀ ਬਿਜਾਈ ਤੋਂ ਕਿਸਾਨ ਕਿਉਂ ਘਬਰਾਉਂਦੇ ਨੇ? ਸਪਸ਼ਟ ਹੈ ਕਿ ਝਾੜ ਘਟਦਾ ਹੈ। ਉਹ ਦਿਨ ਝਾੜ ਘਟਣ ਦਾ ਜਿਹੜਾ ਮੁਆਵਜ਼ਾ ਹੈ ਥੋੜਾ ਬਹੁਤਾ ਤੇ ਕਿਸਾਨ ਝੱਲ ਲੈਣਗੇ, ਪਰ ਓਵਰਆਲ ਸਾਨੂੰ ਸਮਝਣਾ ਤਾਂ ਪਏਗਾ ਨਾ, ਪਾਣੀ ਤੇ ਸਾਡਾ ਹੀ ਘਟ ਰਿਹਾ ਨਾ। ਭਗਵੰਤ ਮਾਨ ਦਾ ਜਾਂ ਕੇਜਰੀਵਾਲ ਦਾ ਜਾਂ ਸਾਡੇ ਖੇਤੀਬਾੜੀ ਮੰਤਰੀ ਦਾ ਜਾਣਾ ਕੀ ਹੈ ਇਸ ਦੇ ਵਿੱਚ? ਅੱਜ ਇਹ ਸਰਕਾਰ ਹੈ, ਕੱਲ ਨੂੰ ਹੋਰ ਸਰਕਾਰ ਹੈ, ਪਰਸੋਂ ਨੂੰ ਹੋਰ ਹੋਵੇਗੀ, 50 ਸਾਲਾਂ ਨੂੰ ਪਤਾ ਨਹੀਂ ਇੱਥੇ ਕੌਣ ਹੋਵੇਗਾ, ਪਰ ਧਰਤੀ ਹੇਠਲਾ ਪਾਣੀ ਤੇ ਸਾਨੂੰ ਚਾਹੀਦਾ ਨਾ। ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਚਾਹੀਦਾ, ਸਾਡੇ ਬੱਚਿਆਂ ਨੂੰ ਚਾਹੀਦਾ, ਜਾਨਵਰਾਂ ਨੂੰ ਚਾਹੀਦਾ, ਸਾਡੀਆਂ ਫਸਲਾਂ ਨੂੰ ਚਾਹੀਦਾ। ਇਹ ਪਾਣੀ ਖਤਮ ਹੁੰਦਾ ਜਾ ਰਿਹਾ, ਇਹਦੇ ਬਾਰੇ ਤੇ ਸਾਨੂੰ ਸੋਚਣਾ ਪਏਗਾ। ਹੁਣ ਝੋਨੇ ਤੋਂ ਕਿਵੇਂ ਛੁਟਕਾਰਾ ਹੋ ਸਕਦਾ ਹੈ? 60 ਮੂੰਗੀ ਦੀ ਬਿਜਾਈ ਜਿਹੜੀ ਹੈ ਉਹ ਅੱਗੇ ਨਾਲੋਂ ਵਧੀ ਹੈ, ਤਕਰੀਬਨ ਦੁੱਗਣਾ ਕੋ ਰਕਬਾ ਦੱਸਿਆ ਕਿ ਇਹ ਦੱਸਿਆ ਜਾਂਦਾ ਕਿ ਹੋ ਗਿਆ, ਪਰ ਫਿਰ ਵੀ ਕਹਿੰਦੇ ਨੇ ਕਿ 60 ਮੂੰਗੀ ਪੁੱਟ ਕੇ ਵੀ ਕਿਸਾਨ ਕਈ ਝੋਨਾ ਬੀਜਣ ਦੀ ਤਿਆਰੀ ਕਰੀ ਬੈਠੇ ਨੇ। ਚਲੋ ਕੋਈ ਗੱਲ ਨਹੀਂ, ਜੇ ਸਮਾਂ ਬਰਸਾਤ ਆ ਜਾਂਦੀ ਤੇ ਫਿਰ ਬੀਜ ਵੀ ਲੈਣ, ਪਰ ਝੋਨੇ ਵਾਸਤੇ ਸਾਨੂੰ ਝੋਨੇ ਤੋਂ ਕਿਸਾਨਾਂ ਨੂੰ ਮੋੜਨ ਵਾਸਤੇ ਪੱਕੀ ਕੋਈ ਰਣਨੀਤੀ ਅਪਣਾਉਣੀ ਪਏਗੀ। ਇਹ 1000-1500 ਵਾਲੀ ਸਕੀਮ ਨਾਲ ਕੰਮ ਨਹੀਂ ਜੇ ਚੱਲਣਾ। ਹੁਣ ਕਿਸਾਨ ਕੀ ਆਖ ਰਹੇ ਨੇ? ਇੱਕ ਤੇ 10 ਜੂਨ ਦੀ ਲਵਾਈ ਕਹਿੰਦੇ ਨੇ, 500 ਰੁਪਏ ਦਾ ਬੋਨਸ ਮੰਗਿਆ ਜਾ ਰਿਹਾ ਕਣਕ ਤੇ ਕਿਉਂਕਿ ਝਾੜ ਘਟਿਆ। ਜੀ ਬਿਲਕੁਲ। ਖੈਰ 500 ਰੁਪਏ ਮੰਗਿਆ ਜਾ ਰਿਹਾ, ਜਾਂ ਤੇ ਕਿਸਾਨ ਇਕਜੁੱਟ ਹੋਣ ਜਾਂ ਉਸ ਮੁੱਦੇ ਵਾਂਗ ਜਿਵੇਂ ਪਹਿਲਾਂ ਹੋਏ ਸੀ, ਤੇ ਜਾਂ ਗੰਨੇ ਦੇ ਕਾਸ਼ਤਕਾਰਾਂ ਨੇ ਜਦੋਂ ਜਲੰਧਰ ਦੇ ਵਿੱਚ ਧਰਨਾ ਲਾ ਕੇ, ਵੱਡਾ ਧਰਨਾ ਲਾ ਕੇ ਤੇ ਫਿਰ ਆਪਣਾ ਰੇਟ ਵਧਾਇਆ ਸੀ, 50 ਰੁਪਏ ਰੇਟ ਦੇ ਵਿੱਚ ਪ੍ਰਤੀ ਕੁਇੰਟਲ ਲਏ ਸੀ, ਉਹ ਵੀ ਅਜੇ 35 ਰੁਪਏ ਵਾਲਾ ਮਾਮਲਾ ਖਟਾਈ 'ਚ ਉਹ ਵੀ ਮੰਗੇ ਜਾ ਰਹੇ ਨੇ। ਸੋ ਇਹ 500 ਰੁਪਏ ਵਾਲਾ ਮਾਮਲਾ ਜਿਹੜਾ ਹੈ ਇਹ ਠੰਡੇ ਬਸਤੇ 'ਚ ਹੈ। ਸਰਕਾਰ ਜਿਵੇਂ ਕਿ ਬਾਰ-ਬਾਰ ਕਹਿ ਰਹੀ ਹੈ ਕਿ ਸਾਡੇ ਖਜ਼ਾਨਾ ਖਾਲੀ ਹੈ, ਪੀਪਾ ਖੜਕਦਾ ਪਿਆ, ਤੇ ਇਸ ਵਿੱਚੋਂ 500 ਰੁਪਇਆ ਦੇਣਾ ਅਜੇ ਸੰਭਵ ਨਹੀਂ ਹੋਵੇਗਾ। ਪਰ ਇਸ ਮਾਮਲੇ ਤੇ ਕੇਂਦਰ ਸਰਕਾਰ ਨੂੰ ਚਾਹੀਦਾ, ਜਿਵੇਂ ਭਾਰਤ ਨੇ ਕਣਕ ਨੂੰ ਤੇ ਬਾਹਰ ਭੇਜਣ ਤੇ ਪਾਬੰਦੀ ਲਾਈ ਹੈ, ਇਸ ਨਾਲ ਸਾਰੀ ਦੁਨੀਆ ਪਿੱਟ ਉਤਰੀ ਹੈ। ਸਿਰਫ ਚੀਨ ਨੇ ਆਖਿਆ ਕਿ ਚਲੋ ਕੋਈ ਗੱਲ ਨਹੀਂ, ਭਾਰਤ ਦਾ ਆਪਣਾ ਹੱਕ ਹੈ, ਚੀਨ ਦਾ ਆਪਣਾ ਮਸਲਾ। ਚੀਨ ਵਾਲੇ ਖੁਦ ਦੱਬੀ ਬੈਠੇ ਨੇ ਕਣਕ, ਤੇ ਉਹ ਕਿਉਂ ਵੇਚਣਗੇ? ਉਹਨਾਂ ਨੇ ਭਾਰਤ ਦੀ ਸਪੋਰਟ ਤਾਂ ਕਰਨੀ ਹੈ ਇਸ ਮੁੱਦੇ ਤੇ। ਵੈਸੇ ਭਾਰਤ ਦੀ ਸਪੋਰਟ ਕਿਸੇ ਮੁੱਦੇ ਤੇ ਕਰਨੀ ਹੁੰਦੀ ਨਹੀਂ ਉਹਨਾਂ ਨੇ,
ਸਹੀ ਤੋਂ ਸਹੀ ਮੁੱਦੇ ਤੇ ਵੀ। ਤੇ ਇਸ ਮੁੱਦੇ ਤੇ ਇਸ ਕਰਕੇ ਵੀ ਜੇ ਇਹ ਭਾਰਤ ਵਾਲੇ ਵੇਚਣ ਤੋਂ ਨਾ ਕਰਨਗੇ ਤੇ ਅਸੀਂ ਵੀ ਨਾ ਕਰਾਂਗੇ, ਫਿਰ ਬਾਕੀਆਂ ਦਾ ਡਰਾਮਾ ਵੇਖਾਂਗੇ। ਹੁਣ ਭਾਰਤ ਵਾਲਿਆਂ ਨੇ ਕਣਕ ਬਾਹਰ ਭੇਜਣ ਤੇ ਪਾਬੰਦੀ ਲਾਈ ਤੇ ਰੋਜ਼ UNO ਦੇ ਥਰੂ ਤੇ WHO ਦੇ ਥਰੂ ਜਿਹੜੀਆਂ ਹਨ ਭਾਰਤ ਸਰਕਾਰ ਨੂੰ ਬੇਨਤੀਆਂ ਹੋ ਰਹੀਆਂ ਨੇ ਕਿ ਇਹ ਪਾਬੰਦੀ ਖੋਲੋ ਜੀ, ਤੇ ਤਾਂ ਕਿ ਕਣਕ ਦੇ ਰੇਟ ਜੋ ਵਿਸ਼ਵ ਮਾਰਕੀਟ ਦੇ ਵਿੱਚ ਅਸਮਾਨ ਛੂ ਰਹੇ ਨੇ ਉਹਨਾਂ ਦੇ ਵਿੱਚ ਕੋਈ ਥੋੜਾ ਕਟੌਤੀ ਹੋ ਸਕੇ। ਮਹਿੰਗਾਈ ਬਹੁਤ ਜ਼ਿਆਦਾ ਵੱਧ ਗਈ ਪਿਛਲੇ ਸਾਲਾਂ ਦੇ ਵਿੱਚ। ਹੁਣ ਸਵਲੀਨ, ਮੈਂ ਇਸ ਗੱਲ ਨੂੰ ਇਹ ਲਾਵਾਂ ਕਿ 500 ਰੁਪਏ ਦਾ ਜਿਹੜਾ ਬੋਨਸ ਹੈ ਇਹ ਕੇਂਦਰ ਸਰਕਾਰ ਦਾ ਜ਼ਿਆਦਾ ਕੰਮ ਹੈ। ਉਹਨਾਂ ਨੇ, ਪੰਜਾਬ ਸਰਕਾਰ ਨੇ ਵੀ ਦੇਣਾ ਹੁੰਦਾ ਹੈ, ਪਰ ਅਜੇ ਵਿਰੋਧੀ ਪਾਰਟੀਆਂ ਵੀ ਚੁੱਪ ਨੇ, ਕਿਉਂਕਿ ਦਿੱਤਾ ਉਹਨਾਂ ਨੇ ਵੀ ਪਿਛਲੇ 10-15 ਸਾਲਾਂ ਦੇ ਵਿੱਚ ਕੋਈ ਬੋਨਸ ਨਹੀਂ ਕਦੇ ਦਿੱਤਾ ਹੋਵੇਗਾ। 50 ਜਾਂ 100 ਰੁਪਏ, ਇਸ ਤੋਂ ਵੱਧ ਨਹੀਂ। ਤੇ 500 ਰੁਪਏ ਸਰਕਾਰ ਨੇ ਕਿੱਥੋਂ ਦੇਣਾ? ਉਹ ਤੇ ਪਹਿਲਾਂ ਹੀ ਦਿਹਾਤੀ ਫੰਡ ਰੋਕੀ ਬੈਠੇ ਜੀ। ਮੈਂ ਕਹਿੰਦਾ 500 ਰੁਪਏ ਦਾ ਜਿੰਨਾ ਸਰਕਾਰ ਦੇਵੇ, ਥੋੜਾ ਜਿਹਾ ਕਿਸਾਨਾਂ ਨੂੰ ਮਦਦ ਜ਼ਰੂਰ ਦੇਵੇ। 500 ਰੁਪਏ ਸ਼ਾਇਦ ਉਹਨਾਂ ਲਈ ਸੰਭਵ ਨਾ ਹੋਵੇ, ਪਰ ਗਾਂ ਵਾਸਤੇ ਕੋਈ ਪੱਕੀ ਰਣਨੀਤੀ ਤਿਆਰ ਕਿਸਾਨਾਂ ਲਈ ਕੀਤੀ ਜਾਵੇ ਤਾਂ ਕਿ ਕਿਸਾਨਾਂ ਨੂੰ ਕੋਈ ਸੁੱਖ ਦਾ ਸਾਹ ਆਵੇ। ਨਾਲ ਹੀ ਮੱਕੀ ਤੇ ਮੂੰਗੀ ਦਾ ਨੋਟੀਫਿਕੇਸ਼ਨ ਉਹਨਾਂ ਨੇ ਕਿਹਾ ਕਿ ਜਾਰੀ ਕਰੋ ਕਿ ਕਿੰਨੀ ਕੀਮਤ ਤੇ ਤੁਸੀਂ ਖਰੀਦਣੀ ਆ। ਦੂਸਰੀ ਗੱਲ ਇਹ ਹੈ ਕਿ ਕਰਜ਼ਾ ਮੁਆਫੀ ਹੈ, 2 ਲੱਖ ਤੱਕ ਤੇ ਕਿਸਾਨਾਂ ਦੇ ਕਰਜ਼ੇ ਨੂੰ ਮੁਆਫ ਕਰਨ ਦੀ ਮੰਗ ਜਿਹੜੀ ਹੈ ਕਿਸਾਨ ਕਰ ਰਹੇ ਨੇ। ਹੁਣ ਪ੍ਰੀਪੇਡ ਮੀਟਰਾਂ ਦੀ ਵਿਰੋਧਤਾ, ਇਹ ਤਕਨੀਕੀ ਮੁੱਦਾ ਹੈ। ਫਿਰ ਇੱਥੇ ਕੇਂਦਰ ਸਰਕਾਰ ਆ ਜਾਂਦੀ ਹੈ। ਕੇਂਦਰ ਸਰਕਾਰ ਦਾ ਜਿਹੜਾ ਇੱਕ ਹੁਕਮ ਹੈ ਕਿ ਜੇ ਤੁਸੀਂ ਬਿਜਲੀ ਸਬਸਿਡੀ ਨੂੰ ਜਾਰੀ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਪ੍ਰੀਪੇਡ ਮੀਟਰ ਜਿਹੜੇ ਨੇ ਉਹ ਲਾਉਣੇ ਪੈਣਗੇ। ਇਹ ਉਹਨਾਂ ਦਾ ਜ਼ੋਰ ਲੱਗਾ ਹੋਇਆ ਤੇ ਕੰਪਨੀਆਂ ਨਾਲ ਵੱਡੀ ਪੱਧਰ ਦੇ ਵਿੱਚ ਮੀਟਰ ਖਰੀਦਣ ਦੀ ਗੱਲਬਾਤ ਪਹਿਲਾਂ ਤੋਂ ਹੋ ਚੁੱਕੀ ਹੈ। ਤੇ ਹੁਣ ਸਰਕਾਰ ਪੰਜਾਬ ਦੀ ਦੇ ਪਾਲੇ ਦੇ ਵਿੱਚ ਜੇ ਗੇਂਦ ਸੁੱਟਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਅਸਲ ਵਿੱਚ ਕੇਂਦਰ ਸਰਕਾਰ ਦਾ ਮੁੱਦਾ ਹੈ। ਪ੍ਰੀਪੇਡ ਮੀਟਰ ਜਿਹੜੇ ਨੇ ਉਹ ਸ਼ਾਇਦ ਸਰਕਾਰ ਨੇ ਲਾਉਣੇ ਅਜੇ ਬੰਦ ਕੀਤੇ ਹੋਏ ਨੇ, ਕਿਉਂਕਿ ਵਿਰੋਧਤਾ ਬਹੁਤ ਜ਼ਿਆਦਾ ਹੋ ਰਹੀ ਸੀ। ਸੋ ਕਿਸਾਨਾਂ ਦੀਆਂ ਮੰਗਾਂ ਬਹੁਤ ਨੇ। ਇਹਨਾਂ ਵਿੱਚੋਂ ਜਿਵੇਂ ਪਹਿਲਾਂ ਕੰਪੈਰੀਜ਼ਨ 'ਚ ਪਿਆ ਸੀ ਨਾ ਸਬਰੀਨ, ਜਿਵੇਂ ਕਿਹਾ ਸੀ ਕਿ ਇਹ ਜਿਹੜਾ ਕਿਸਾਨ ਮੋਰਚਾ ਅਸਲੀ ਲੱਗਾ ਸੀ, ਉਸ ਕਿਸਾਨ ਮੋਰਚੇ ਨਾਲ ਇਹਦਾ ਫਰਕ ਰਹੇਗਾ। ਇੱਕ ਤੇ ਇਹ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਉਨੀ ਹਮਾਇਤ ਮਿਲਦੀ ਕਿ ਨਹੀਂ ਮਿਲਦੀ, ਇਹ ਦੇਖਣਾ ਪਵੇਗਾ। ਇਸ ਵਾਰੀ ਮੰਗਾਂ ਬਹੁਤ ਨੇ, ਔਰ ਮੰਗਾਂ ਜਿਹੜੀਆਂ ਨੇ ਉਹ ਕਈ ਕਿਸਮ ਦੀਆਂ ਨੇ। ਇਹਨਾਂ ਵਿੱਚੋਂ ਕਿੰਨੇ ਤੇ ਸਹਿਮਤੀ ਬਣਦੀ, ਉਹ ਇੱਕ ਨਿਸ਼ਾਨਾ ਨਹੀਂ ਹੈ ਕਿ ਅਸੀਂ ਆਹ ਮੰਗ ਮਨਵਾਉਣੀ ਹੈ, ਆਹ ਮਨਵਾਉਣੀ ਹੈ। ਯੈਸ ਔਰ ਨੋ ਵਾਲੀ ਕਹਾਣੀ ਨਹੀਂ ਹੈ। ਇੱਥੇ ਤੇ ਡੀਲ ਹੋਵੇਗੀ। ਸੋ ਜਿਹੜਾ ਸਵਾਲ ਤੁਸੀਂ ਪੁੱਛਿਆ ਸੀ, ਇਹ ਗੱਲਬਾਤ ਦੇ ਜ਼ਰੀਏ ਹੱਲ ਹੋਵੇਗਾ। ਪਰ ਚੰਗਾ ਹੋਵੇ ਜੇ ਸਰਕਾਰ ਇਹਨਾਂ ਦੀ ਗੱਲ ਸੁਣੇ। ਪਰ ਪੰਜਾਬ ਸਰਕਾਰ ਦੇ ਪੱਲੇ ਕੀ ਹੈ ਤੇ ਇਹਨਾਂ ਵਿੱਚੋਂ ਕਿੰਨੀਆਂ ਮੰਗਾਂ ਉਹ ਕਿਸਾਨਾਂ ਦੀਆਂ ਜਾਇਜ਼ ਮੰਨ ਸਕਦੀ ਹੈ, ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਸਰਕਾਰ ਨੇ ਪਹਿਲਾਂ ਵਿਧਾਨ ਸਭਾ ਦੇ ਸਪੀਕਰ ਕਹਿ ਚੁੱਕੇ ਨੇ ਕਿ ਅਸੀਂ 1000 ਰੁਪਇਆ ਦੇਣ ਦੀ ਵੀ ਗਰੰਟੀ ਕੀਤੀ ਹੋਈ ਆ, ਹੋਰ ਵੀ ਕੀਤੀਆਂ ਹੋਈਆਂ ਨੇ, ਪਰ ਸਾਡੇ ਕੋਲ ਕੁਝ ਨਹੀਂ। ਅਜੇ ਮਾੜਾ ਜਿਹਾ ਖਜ਼ਾਨੇ ਵਿੱਚ ਰੌਣਕ ਹੋਣ ਦਿਓ। ਰੇਤਾ ਵਾਲੀ ਕਮਾਈ ਅਜੇ ਬਹੁਤੀ ਆਉਣੀ ਸ਼ੁਰੂ ਨਹੀਂ ਹੋਈ। ਸ਼ਰਾਬ ਵਾਲੀ ਨਵੀਂ ਨੀਤੀ ਬਣਨੀ ਹੈ, ਹੋਰ ਇਸ ਤਰ੍ਹਾਂ ਦੀਆਂ ਕਈ ਨੀਤੀਆਂ ਬਣਨੀਆਂ ਤੇ ਫਿਰ ਸਾਨੂੰ ਪੈਸੇ ਆਉਣਗੇ। ਅਜੇ ਤੇ ਅਸਾਮੀਆਂ ਜਾਰੀ ਕੀਤੀ ਜਾ ਰਹੀਆਂ ਨੇ, ਨੌਕਰੀਆਂ ਜਿਹੜੀਆਂ ਨੇ ਉਹਨਾਂ ਦੀਆਂ ਅਰਜ਼ੀਆਂ ਮੰਗੀਆਂ ਜਾ ਰਹੀਆਂ ਨੇ। ਹਾਲਾਤ ਮਾੜੇ ਹੋਏ ਨੇ ਪੰਜਾਬ ਦੇ ਪਿਛਲੇ ਇੰਨੇ ਸਾਲਾਂ ਦੇ ਵਿੱਚ। ਇਹਨਾਂ ਨੂੰ ਸਹੀ ਕਰਨ ਦੇ ਵਿੱਚ ਸਮਾਂ ਲੱਗੇਗਾ, ਪਰ ਗੱਲਬਾਤ ਦੀ ਟੇਬਲ ਤੇ ਬੈਠ ਕੇ ਕਿਸਾਨ ਜੇ ਸਰਕਾਰ ਦੇ ਨਾਲ ਕਿਸੇ ਨਾ ਕਿਸੇ ਇਹਨਾਂ ਵਿੱਚੋਂ ਥੋੜ੍ਹੀਆਂ ਮੰਗਾਂ ਤੇ ਵੀ ਸਹਿਮਤੀ ਬਣਾ ਲੈਂਦੇ ਨੇ ਤੇ ਪੰਜਾਬ ਸਰਕਾਰ ਵਾਸਤੇ ਵੀ ਬਿਹਤਰ ਹੋਵੇਗਾ। ਅੱਜ ਤੱਕ ਗੱਲ ਇਹ ਹੈ ਕਿ ਕਿਸਾਨਾਂ ਦਾ ਮਸਲਾ ਇਹੋ ਜਿਹਾ ਕਿ ਜਦੋਂ ਕਿਸਾਨਾਂ ਬਾਰੇ ਕੋਈ ਨੀਤੀ ਬਣਾਈ ਜਾਂਦੀ, ਕਿਸਾਨਾਂ ਨੂੰ ਪੁੱਛਿਆ ਨਹੀਂ ਜਾਂਦਾ। ਇਹ ਇਸ ਤਰ੍ਹਾਂ ਹੋਇਆ ਨਹੀਂ ਕਦੇ। 2-4 ਮਾਹਿਰਾਂ ਨੂੰ ਬਿਠਾ ਕੇ ਜਿਹੜਾ ਗੱਲਬਾਤ ਕੀਤੀ ਜਾਂਦੀ ਹੈ, ਉਹਨਾਂ ਦਾ ਨਜ਼ਰੀਆ ਦੇਖਣ ਦਾ ਕੁਝ ਹੋਰ ਹੁੰਦਾ ਹੈ, ਕਿਸਾਨ ਕੁਝ ਹੋਰ ਕਹਿੰਦੇ ਨੇ। ਪਰ ਝੋਨੇ ਦੀ ਗੱਲ ਇਹ ਹੈ, ਪੰਜਾਬ ਵਾਸੀਆਂ ਨੂੰ ਗੱਲ ਕਿਸੇ ਨਾ ਕਿਸੇ ਦਿਨ ਸਮਝਣੀ ਪੈਣੀ ਹੈ ਕਿ ਅਸੀਂ ਹੋਰ ਪਾਸੇ ਵਾਲਾ ਮੋੜ ਕੱਟ ਲਈਏ, ਥੋੜਾ ਜਿਹਾ ਆਮਦਨ ਦਾ ਘਾਟਾ ਵੀ ਖਾ ਲਈਏ ਤੇ ਦੂਸਰੀਆਂ ਫਸਲਾਂ ਤੇ ਸਰਕਾਰ ਦੀ ਬਾਂਹ ਮਰੋੜੀਏ ਕਿ ਦਿਓ ਸਾਨੂੰ ਇੱਥੇ MSP ਤੇ ਅਸੀਂ ਹੋਰ ਬੀਜਾਂਗੇ। ਅਸੀਂ ਪੰਜਾਬ ਦਾ ਪਾਣੀ ਨਹੀਂ ਜੇ ਮੁੱਕਣ ਦੇਣਾ। ਪਰ ਇਸ ਨੇ ਸਾਨੂੰ ਦੁਖੀ ਕਰਨਾ ਹੈ। ਕੁਝ ਖੇਤਰ ਹਨ ਪੰਜਾਬ ਦੇ ਜਿੱਥੇ ਪਾਣੀ ਚੰਗਾ ਹੈ, ਜ਼ਮੀਨਾਂ ਦੀ ਕੁਆਲਿਟੀ ਚੰਗੀ ਹੈ, ਉੱਥੇ ਝੋਨੇ ਦੀ ਇਜਾਜ਼ਤ ਹੋਵੇ। ਬਾਕੀਆਂ ਦੇ ਵਿੱਚ ਹੋਰ ਫਸਲਾਂ ਦੀ ਜਿਹੜੀ ਸਿਫਾਰਿਸ਼ ਹੈ ਕੀਤੀ ਜਾਵੇ ਤੇ ਸਰਕਾਰ ਸੀਰੀਅਸ ਹੋ ਕੇ ਉਸ ਮੁੱਦੇ ਤੇ ਕਿਸਾਨਾਂ ਦੀ ਗੱਲ ਸੁਣੇ। ਜੀ ਬਿਲਕੁਲ, ਤੁਸੀਂ ਠੀਕ ਕਿਹਾ ਵੀ ਗੱਲ ਹੈ ਤਾਂ ਹੱਲ ਹੈ। ਕਿਸਾਨੀ ਦੀ ਗੱਲਬਾਤ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ ਆ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖਣ ਵਾਲੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਗੱਲ ਕਰ ਰਹੇ ਸੀ ਅਸੀਂ ਕਿਸਾਨ ਜਥੇਬੰਦੀਆਂ ਦੀ ਕਿਹੜੀਆਂ-ਕਿਹੜੀਆਂ ਮੰਗਾਂ ਉਹਨਾਂ ਨੇ ਸਰਕਾਰ ਦੇ ਅੱਗੇ ਰੱਖੀਆਂ ਨੇ। ਕੁਲਦੀਪ ਜੀ, ਇੱਕ ਮੰਗ ਪੰਚਾਇਤੀ ਜ਼ਮੀਨਾਂ ਨੂੰ ਲੈ ਕੇ ਵੀ ਸੀ, ਉਹ ਵੀ ਦਰਸ਼ਕਾਂ ਦੇ ਨਾਲ ਸਾਂਝੀ ਕਰ ਲਈਏ। ਉਹ ਸਵਲੀਨ, ਜਿਹੜਾ ਪਿਛਲੇ ਇੰਨੇ ਦਿਨਾਂ ਦਾ ਰੌਲਾ ਪਿਆ ਹੋਇਆ ਹੈ ਕਿ ਪੰਚਾਇਤੀ ਜ਼ਮੀਨਾਂ ਤੇ ਨਾਜਾਇਜ਼ ਕਬਜ਼ੇ ਜਿਹੜੇ ਨੇ ਛੁਡਵਾਏ ਜਾ ਰਹੇ ਨੇ, ਉਹ ਕੁਝ ਕਿਸਾਨ ਆਗੂਆਂ ਨੇ ਗੱਲ ਕਹੀ ਹੈ ਕਿ ਦੇਖੋ, ਛੋਟੇ ਕਿਸਾਨਾਂ ਨੂੰ ਟਾਰਗੇਟ ਨਾ ਕਰੋ, ਜਿਹੜੇ ਵੱਡੇ ਮਗਰਮੱਛ ਨੇ ਉਹਨਾਂ ਨੂੰ ਤੁਸੀਂ ਹੱਥ ਪਾ ਲਓ। ਹੱਥ ਪਿਆ ਵੀ ਹੈ ਤੇ ਬੜੀ ਹੈਰਾਨੀ ਦੀ ਗੱਲ ਹੈ ਕਿ ਸੈਂਕੜਿਆਂ 'ਚ ਨਹੀਂ, ਹਜ਼ਾਰਾਂ ਏਕੜਾਂ 'ਚ ਗੱਲ ਜਾ ਪਹੁੰਚੀ ਹੈ। ਸਰਕਾਰ ਲੱਗੀ ਹੋਈ ਹੈ ਇਸ ਮਾਮਲੇ ਤੇ।
ਪਰ ਹਾਲਾਤ ਬਹੁਤ ਬੁਰੇ ਨੇ। ਤੁਸੀਂ ਅੰਦਾਜ਼ਾ ਲਗਾਓ ਕਿ ਕਿਸ ਕਿਸਮ ਦੀ ਲੁੱਟ ਖਸੁੱਟ ਜਿਹੜੀ ਹੈ ਸਾਡੇ ਰਿਸੋਰਸਿਸ ਦੀ ਹੋਈ ਹੈ ਤੇ ਕਿਸ ਤਰ੍ਹਾਂ ਸਾਡੇ ਹੱਕਾਂ ਤੋਂ ਸਾਡੇ ਪੰਚਾਇਤਾਂ ਨੂੰ ਸਾਡੀਆਂ ਸਰਕਾਰਾਂ ਨੂੰ ਵਾਂਝਿਆ ਰੱਖਿਆ ਗਿਆ ਤੇ ਕੁਝ ਇੱਕ ਰਸੂਖਦਾਰ ਲੋਕ ਜਿਹੜੇ ਸੀ ਉਹ ਆਪਣੀ ਜੇਬ ਦੇ ਵਿੱਚ ਸਾਰੀ ਮਾਇਆ ਪਾਉਂਦੇ ਰਹੇ। ਹੁਣ ਕਿਸਾਨਾਂ ਦੀ ਇਹ ਮੰਗ ਕਿ ਪੰਚਾਇਤੀ ਜ਼ਮੀਨਾਂ ਤੋਂ ਕਿਸਾਨਾਂ ਨੂੰ ਨਾ ਉਜਾੜਿਆ ਜਾਵੇ, ਜਿਹੜੀਆਂ ਅੱਜ ਮੰਗਾਂ ਨੇ, ਜਿਹੜਾ ਅੱਜ ਕੂਚ ਹੋ ਰਿਹਾ ਹੈ ਚੰਡੀਗੜ੍ਹ ਵੱਲ ਨੂੰ, ਤੇ ਉਹਦੇ ਵਿੱਚੋਂ ਇਸ ਮੰਗ ਨੂੰ ਥੋੜ੍ਹਾ ਜਿਹਾ ਕਲੈਰੀਫਾਈ ਕਰਨਾ ਪਵੇਗਾ। ਕੀ ਨਜਾਇਜ਼ ਕਬਜ਼ਿਆਂ ਦੀ ਇਹ ਗੱਲ ਕਰ ਰਹੇ ਨੇ ਕਿਸਾਨ ਜਥੇਬੰਦੀਆਂ, ਜਾਂ ਜਿਨ੍ਹਾਂ ਨੇ ਪਟੇ ਤੇ ਜਾਂ ਚੁਕੌਤੇ ਤੇ ਜਾਂ ਕਿਸੇ ਹੋਰ ਤਰੀਕੇ ਨਾਲ ਲੀਜ਼ ਤੇ ਜਾਂ ਮਾਮਲੇ ਤੇ ਜਾਂ ਠੇਕੇ ਤੇ ਜ਼ਮੀਨ ਪੰਚਾਇਤ ਦੀ ਲਈ ਹੋਈ ਹੈ, ਬੋਲੀ ਦੇ ਕੇ ਬਕਾਇਦਾ ਪ੍ਰੋਪਰ। ਹੁਣ ਇਸ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਬਹੁਤ ਕੁਝ ਰੌਲਾ ਰੱਪਾ ਚੱਲਦਾ ਰਿਹਾ। ਕਈ ਜਗ੍ਹਾ ਇਹੋ ਜਿਹੀਆਂ ਨੇ ਪੰਜਾਬ ਦੇ ਵਿੱਚ, ਕਈ ਪਿੰਡ ਇਹੋ ਜਿਹੇ ਨੇ ਜਿੱਥੇ ਸੈਂਕੜੇ ਏਕੜ ਨੇ ਪੰਚਾਇਤ ਦੀ ਜ਼ਮੀਨ ਤੇ ਕਿਤੇ ਇੱਕ ਮਰਲਾ ਵੀ ਨਹੀਂ ਹੈ। ਇੱਕ ਤੇ ਉਸ ਨੂੰ ਬੈਲੈਂਸ ਆਊਟ ਕਰਨ ਦੀ ਲੋੜ ਹੈ। ਉਹ ਪੰਚਾਇਤਾਂ ਦੀਆਂ ਜ਼ਮੀਨਾਂ ਕਿਵੇਂ ਤੇ ਕਿਸ ਨੇ ਕਦੋਂ ਕਾਬਜ਼ ਹੋਣਾ ਤੇ ਪੰਚਾਇਤ ਉਸ ਬਾਰੇ ਕਿਸ ਹੱਦ ਤੱਕ ਅਧਿਕਾਰ ਰੱਖਦੀ ਹੈ, BDPO DDPO ਜਾਂ ਉਸ ਤੋਂ ਉੱਪਰਲੇ ਅਧਿਕਾਰੀ ਇਸ ਬਾਰੇ ਕਿਸ ਹੱਦ ਤੱਕ ਅਧਿਕਾਰ ਰੱਖਦੇ ਨੇ। ਇਹਨਾਂ ਨਿਯਮਾਂ ਨੂੰ ਦੁਬਾਰਾ ਗੌਰ ਕਰਨ ਦੀ ਲੋੜ ਹੈ ਇਹਨਾਂ ਤੇ। ਹੁਣ ਉਹ ਇਹ ਹੈ ਕਿ ਕਈ ਜਗ੍ਹਾ ਤੇ ਸਰਕਾਰੀ ਅਫਸਰਾਂ ਦੇ ਇੱਕ ਦੋ ਦੀ ਮਿਲੀ ਭੁਗਤ ਦੇ ਨਾਲ ਕੁਛ ਥੋੜ੍ਹਾ ਜਿਹਾ ਬੰਜਰ ਕਿਸਮ ਦੀਆਂ ਜਾਂ ਜਿੱਥੇ ਪਾਣੀ ਘੱਟ ਹੈ ਜਾਂ ਉਹਨਾਂ ਜ਼ਮੀਨਾਂ ਨੂੰ ਲੰਬੇ ਪੱਟੇ ਤੇ ਲਿਖ ਦਿੱਤਾ ਗਿਆ, ਕਿਸਾਨਾਂ ਨੂੰ ਕੌਡੀਆਂ ਦੇ ਭਾਅ। ਠੀਕ ਹੈ, ਕਿਸਾਨਾਂ ਨੇ ਆਵਾਜ਼ ਵੀ ਕੀਤੀਆਂ ਹੋਣਗੀਆਂ, ਪਰ ਹਮੇਸ਼ਾ ਲਈ ਤੇ ਚੱਲ ਨਹੀਂ ਸਕਦਾ। ਅਕਸਰ ਕੰਪੀਟੀਸ਼ਨ ਦੇ ਵਿੱਚ ਤਾਂ ਆਉਣਾ ਪਏਗਾ ਨਾ। ਅੱਜ ਸਾਡੇ ਭਰਾ ਕਿਸਾਨ ਭਾਵੇਂ ਅੜੀ ਦੇ ਵਿੱਚ, ਭਾਵੇਂ ਕਿਸੇ ਹੋਰ ਤਰੀਕੇ, ਚਲੋ ਇੱਕ ਦੋ ਖਬਰਾਂ ਜਿਹੜੀਆਂ ਆਈਆਂ ਨੇ ਅੜੀ ਦੇ ਵਿੱਚ, ਉਹ ਤਾਂ ਮਾੜੀ ਗੱਲ ਹੈ ਕਿ ਅਸੀਂ ਅੜੀ ਪਕਾਉਣੀ ਸੀ, 6 ਕਨਾਲਾਂ ਦਾ 1.5 ਲੱਖ ਲਾਤਾ, 8 ਕਨਾਲਾਂ ਦਾ 1.5 ਲੱਖ ਲਾਤਾ, 2 ਲੱਖ ਲਾਤਾ, ਇਹੋ ਜਿਹੀਆਂ ਖਬਰਾਂ ਆਈਆਂ। ਅਸੀਂ ਉਹਨਾਂ ਦੀ ਗੱਲ ਨਹੀਂ ਕਰਦੇ, 1-2% ਉਹ ਹੋਣਗੀਆਂ, 1-2% ਵੀ ਨਹੀਂ। ਪਰ ਅਸਲ ਗੱਲ ਇਹ ਹੈ ਕਿ ਬਾਕੀ ਜਗ੍ਹਾ ਤੇ ਜਿੱਥੇ ਪ੍ਰੋਪਰ ਕੰਪੀਟੀਸ਼ਨ ਹੈ, ਸਾਡੇ ਮਾਰਜਨਲ ਕਿਸਾਨ, ਸੀਮਾਂਤ ਕਿਸਾਨ ਜਿਹਨਾਂ ਨੂੰ ਕਹਿ ਦਿੰਦੇ ਆ, ਉਹ ਵਿਚਾਰੇ ਜਿਨ੍ਹਾਂ ਕੋਲ ਇੱਕ ਟਰੈਕਟਰ ਹੈ ਜਾਂ ਸਾਂਝਾ ਹੈ ਆਪਣੇ ਕਿਸੇ ਹੋਰ ਸਾਂਝੀਵਾਲ ਦੇ ਨਾਲ, ਉਹ ਮਿਹਨਤ ਕਰਕੇ ਸੋਚਦੇ ਨੇ ਕਿ ਆਹ ਜ਼ਮੀਨ ਵੀ ਸਾਨੂੰ 2-4 ਕਿੱਲੇ ਦਾ ਟੱਕ ਮਿਲ ਜਾਵੇ ਤੇ ਅਸੀਂ ਇਸ ਤੇ ਖੇਤੀ ਕਰੀਏ। ਇੱਕ ਵੱਡਾ ਜ਼ਿਮੀਂਦਾਰ ਉਹਨਾਂ ਨੂੰ ਲੈਣ ਨਹੀਂ ਦਿੰਦਾ, ਉਹ ਆਪਣਾ ਉਹਨੇ ਉਸ ਦੀ ਮਿਲੀ ਭੁਗਤ ਅਫਸਰਾਂ ਦੇ ਨਾਲ ਤੇ ਪੰਚਾਇਤ ਤੇ ਪ੍ਰੈਸ਼ਰ ਪਾ ਕੇ ਉਹਨੇ ਆਪਣੇ ਕੋਲ ਇੱਕ ਸਸਤੇ ਜਿਹੇ ਭਾਅ 'ਚ ਰੱਖੀਆਂ ਹੋਈਆਂ ਨੇ। ਉੱਥੇ ਤੇ ਕੰਪੀਟੀਸ਼ਨ ਕ੍ਰੀਏਟ ਹੋਵੇ, ਹਰ ਇੱਕ ਨੂੰ ਮਾਰਕੀਟ ਦੇ ਵਿੱਚ ਕੰਪੀਟੀਸ਼ਨ ਦਾ ਤਾਂ ਹੱਕ ਹੈ ਨਾ। ਉਹ ਕਿਸਾਨ ਜਥੇਬੰਦੀਆਂ ਨੂੰ ਇਸ ਮਾਮਲੇ ਤੇ ਆਪਣੀ ਸਥਿਤੀ ਜਿਹੜੀ ਆ ਉਹ ਸਪਸ਼ਟ ਕਰਨੀ ਚਾਹੀਦੀ ਹੈ ਕਿ ਉਹ ਕਿਹੜੇ ਪੰਚਾਇਤੀ ਜ਼ਮੀਨਾਂ ਦੇ ਕਬਜ਼ਿਆਂ ਦੀ ਗੱਲ ਕਰ ਰਹੀਆਂ ਨੇ। ਜਿਹੜੀਆਂ ਤਾਂ ਕਾਨੂੰਨੀ ਤੌਰ ਤੇ ਚੜੀਆਂ ਹੋਈਆਂ ਨੇ, ਉਹਨਾਂ ਦੇ ਨਾਮ ਤੇ ਪਟੇ ਲਿਖੇ ਹੋਏ ਨੇ, ਉਹਨਾਂ ਨੂੰ ਕੌਣ ਛੁਡਾ ਸਕਦਾ? ਗੱਲ ਤੇ ਨਜਾਇਜ਼ ਕਬਜ਼ਿਆਂ ਦੀ ਹੈ। ਜੀ ਬਿਲਕੁਲ, ਕਿਸਾਨੀ ਦੀ ਗੱਲ ਚੱਲ ਰਹੀ ਹੈ ਤੇ ਗੱਲ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਦੀ ਵੀ ਇੱਥੇ ਮੈਂ ਕਰਨਾ ਚਾਹੂੰਗੀ। ਬਲਬੀਰ ਸਿੰਘ ਰਾਜੇਵਾਲ ਪਹਿਲਾਂ ਸਿਆਸਤ ਦੇ ਵਿੱਚ ਆਪਣੀ ਜਿਹੜੀ ਕਿਸਮਤ ਅਜਮਾਉਣਾ ਚਾਹੁੰਦੇ ਸੀ, ਫੇਲ ਹੋ ਗਏ, ਸਿੱਕਾ ਉਹਨਾਂ ਦਾ ਚੱਲਿਆ ਨਹੀਂ। ਹੁਣ ਉਹ ਸਰਕਾਰ ਨੂੰ ਸਲਾਹ ਦੇ ਰਹੇ ਨੇ, ਕਹਿੰਦੇ ਬੂਟੇ ਲਾ ਲਓ। ਕਿੰਨੇ ਕੁ ਸਹਿਮਤ ਹੋ ਉਹਨਾਂ ਦੀ ਸਲਾਹ ਦੇ ਨਾਲ? ਬਿਲਕੁਲ ਸਹਿਮਤ ਹਾਂ ਮੈਂ। ਇਹ ਗੱਲ ਜਿਹੜੀ ਨਾ ਕਿ ਉਹ ਸਿਆਸਤ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ। ਮੈਂ ਬਲਬੀਰ ਸਿੰਘ ਰਾਜੇਵਾਲ, ਮੈਂ ਆਪਣੇ ਤੌਰ ਤੇ ਮੈਂ ਉਹਨਾਂ ਦੀ ਬੜੀ ਰਿਸਪੈਕਟ ਕਰਦਾ, ਸਤਿਕਾਰ ਕਰਦਾ। ਇਹ ਫਿਰ ਕਿਸੇ ਵੇਲੇ ਮੁੱਦਾ ਵਿਚਾਰਾਂਗੇ ਕਿ ਉਹ ਵੋਟਾਂ ਉਹਨਾਂ ਨੂੰ ਕਿੰਨੀਆਂ ਪਈਆਂ, ਜ਼ਮਾਨਤ ਜ਼ਬਤ ਹੋਈ ਜਾਂ ਕੀ ਹੋਇਆ ਜਾਂ ਨਹੀਂ ਹੋਇਆ। ਇੱਥੇ ਤੇ 17 ਸਾਲ ਮੁੱਖ ਮੰਤਰੀ ਜਿਹੜੇ ਰਹੇ ਉਹ ਨਹੀਂ ਲੱਭੇ, ਤੇ ਬਲਬੀਰ ਸਿੰਘ ਰਾਜੇਵਾਲ ਤੇ ਆਏ ਪਹਿਲੀ ਵਾਰ ਸੀ। ਗਲਤੀ ਹੋ ਗਈ ਉਹਨਾਂ ਤੋਂ, ਕੈਲਕੂਲੇਸ਼ਨ ਨਹੀਂ ਹੋਈ ਉਹਨਾਂ ਦੇ ਨਾਲ, ਕੋਈ ਪਹਿਲਾਂ ਉਹਨੇ ਵਾਅਦਾ ਕੀਤਾ ਚੱਲਣ ਦਾ ਤੇ ਫਿਰ ਪਿੱਛੇ ਹਟ ਗਿਆ। ਇਹ ਗੱਲਾਂ ਸਾਰੀਆਂ ਹੋਰ ਨੇ। ਮੈਂ ਉਹਨਾਂ ਦੇ ਦੁਆਰਾ ਉਠਾਏ ਗਏ ਮੁੱਦਿਆਂ ਦੀ ਗੱਲ ਕਰਾਂਗਾ। ਜਦੋਂ ਸਿੰਘੂ ਮੋਰਚੇ ਤੇ ਕੋਈ ਨਾ ਕੋਈ ਵੱਡਾ ਕਾਰਨਾਮਾ ਹੋਇਆ ਤੇ ਅਗਲੇ ਦਿਨ ਜਾਂ ਉਸੇ ਵੇਲੇ ਸ਼ਾਮ ਨੂੰ ਸਪਸ਼ਟੀਕਰਨ ਜਾਂ ਕੋਈ ਵੱਡੀ ਗੱਲ ਜਿਹੜੀ ਕਰਵਾਉਣੀ ਹੁੰਦੀ ਸੀ, ਉਹ ਬਲਬੀਰ ਸਿੰਘ ਰਾਜੇਵਾਲ ਤੋਂ ਕਰਵਾਈ ਗਈ। 100 ਟੈਗ ਲੱਗੇ ਹੋਣਗੇ, ਕੋਈ ਉਹਨਾਂ ਨੂੰ ਕਾਮਰੇਡ ਆਖ ਦਿੰਦਾ ਹੈ, ਕੋਈ ਕੁਛ ਆਖ ਦਿੰਦਾ ਹੈ, ਕੋਈ ਕੁਛ ਆਖ ਦਿੰਦਾ ਹੈ, ਕੋਈ ਸਿਆਣੇ ਉਮਰ ਦੇ ਹਿਸਾਬ ਨਾਲ ਉਹਨਾਂ ਦੀ ਗੱਲਬਾਤ ਕਰਦਾ ਹੈ। ਪਰ ਉਹਨਾਂ ਨੇ ਆਪਣੇ ਆਪ ਨੂੰ ਜਿਸ ਤਰ੍ਹਾਂ ਪੇਸ਼ ਕੀਤਾ ਹੈ, ਮੈਂ ਉਹਨਾਂ ਨੂੰ ਸਤਿਕਾਰ ਦਿੰਦਾ ਇਸ ਗੱਲ ਦਾ। ਹੁਣ ਅੱਗੇ ਚੱਲਦੇ ਹਾਂ। ਕੀ ਉਹ ਚੁੱਪ ਕਰਕੇ ਬੈਠ ਜਾਂਦੇ? ਨਹੀਂ। ਕਿਸਾਨੀ ਮੁੱਦਿਆਂ ਦੀ ਉਹਨਾਂ ਨੂੰ ਸਮਝ ਹੈ ਕਿ ਅਸਲ ਵਿੱਚ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਕਿਵੇਂ ਕਿਸਾਨਾਂ ਨੂੰ ਦਬੋਚ ਕੇ ਉਹਨਾਂ ਦਾ ਗਲ ਘੁੱਟ ਕੇ ਜਿਹੜਾ ਸੀ ਵੱਡੇ ਵੱਡੇ ਘਰਾਣਿਆਂ ਦਾ ਢਿੱਡ ਭਰਿਆ ਗਿਆ ਤੇ ਉਹਨਾਂ ਦੀਆਂ ਤਿਜੋਰੀਆਂ ਭਰੀਆਂ ਗਈਆਂ। ਇਸ ਗੱਲ ਨੂੰ ਉਹ ਦੱਸਦੇ ਨੇ ਬਾਖੂਬੀ, ਜਦੋਂ ਉਹਨਾਂ ਦੇ ਲਾਗੇ ਬੈਠੋ ਤੇ ਫਿਰ ਪਤਾ ਲੱਗਦਾ ਹੈ। ਹੁਣ ਬਲਬੀਰ ਸਿੰਘ ਰਾਜੇਵਾਲ ਨੇ ਇੱਕ ਛੋਟੀ ਜਿਹੀ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਹੁਕਮ ਦੇਵੇ ਕਿ ਹਰ ਕਿਸਾਨ ਆਪਣੀ ਮੋਟਰ ਦੇ ਉੱਪਰ 8 ਜਾਂ 10 ਕਿੰਨੇ ਉਹਨਾਂ ਨੇ ਕਿਹਾ, ਮੇਰੇ ਖਿਆਲ ਕਿੰਨੇ ਕਿਹਾ ਜੀ ਉਹਨਾਂ ਨੇ, 10 ਰੁੱਖ ਲਾਉਣ ਮੇਰੇ ਖਿਆਲ। ਜੀ ਬਿਲਕੁਲ। ਹੁਣ ਉਹ ਰੁੱਖ ਠੀਕ ਹੈ ਲਾਉਣ। ਇਹ ਜਿਵੇਂ ਕਹਿੰਦੇ ਨੇ ਕਿ ਕੁਝ ਜ਼ਿਲ੍ਹੇ ਪੰਜਾਬ ਦੇ ਇਹੋ ਜਿਹੇ ਨੇ ਜਿੱਥੇ ਰੁੱਖ ਵਗੈਰਾ ਕਾਫੀ ਨੇ। ਹੁਸ਼ਿਆਰਪੁਰ ਵਿੱਚ ਕਾਫੀ ਨੇ। ਪੰਜਾਬ ਵਿੱਚ ਮੇਰੇ ਖਿਆਲ ਸਭ ਤੋਂ ਵੱਧ ਰੁੱਖ ਜਿਹੜੇ ਨੇ ਹੁਸ਼ਿਆਰਪੁਰ ਵਿੱਚ ਹੁੰਦੇ ਨੇ। ਕੁਝ ਜ਼ਿਲ੍ਹਿਆਂ ਦੇ ਵਿੱਚ ਕਾਫੀ ਖੁੱਲ੍ਹਾ ਡੁੱਲਾ ਤੁਹਾਨੂੰ ਨਜ਼ਰ ਆਉਂਦਾ ਤੇ ਦਰਖਤ ਤੁਹਾਨੂੰ ਨਜ਼ਰ ਨਹੀਂ ਆਉਂਦੇ। ਮੋਟਰਾਂ ਦੇ
ਉੱਪਰ ਜਿਹੜੇ ਲੱਗੇ ਹੋਏ ਦਰਖਤ ਨੇ ਛਾਂਦਾਰ ਜਾਂ ਹੋਰ ਫਲਦਾਰ ਜਾਂ ਕੁਝ ਵੀ, ਇਹ ਬੀਤੇ ਸਮੇਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਰਹਿ ਗਈਆਂ ਨੇ। ਹੁਣ ਜਿਵੇਂ ਖੂਹ ਦੇ ਹੁੰਦੇ ਸੀ ਪੁਰਾਣੇ, ਉੱਥੇ ਦਰਖਤ ਲਾਏ ਹੁੰਦੇ ਸੀ ਜ਼ਿਮੀਂਦਾਰਾਂ ਨੇ, ਉੱਥੇ ਜਿਹੜੇ ਹਲਟ ਗੇਟ ਦੇ ਪਸ਼ੂ ਸੀ ਉਹਨਾਂ ਨੇ ਆਰਾਮ ਕਰਨਾ, ਉੱਥੇ ਆਪ ਆਰਾਮ ਕਰਨਾ, ਹਵਾ ਪੈਣੀ ਸਾਰੇ ਪਾਸਿਓਂ, ਠੰਡੀ ਹਵਾ ਪੈਣੀ ਤੇ ਉਹ ਰੈਸਟ ਕਰਨੀ। ਇੱਕ ਵਧੀਆ ਜਗ੍ਹਾ ਹੁੰਦੀ ਸੀ ਜਿਸ ਬਾਰੇ ਕਵੀਆਂ ਨੇ ਵੀ ਲਿਖਿਆ, ਪ੍ਰੋਫੈਸਰ ਮੋਹਨ ਸਿੰਘ ਦੀ ਬੜੀ ਖੂਬਸੂਰਤ ਰਚਨਾ। ਹੁਣ ਰਾਜੇਵਾਲ ਸਾਹਿਬ ਨੇ ਜਿਹੜੀ ਇਹ ਗੱਲ ਕੀਤੀ ਹੈ ਕਿ ਸਰਕਾਰ ਹੁਕਮ ਦੇਵੇ ਕਿ 8 ਜਾਂ 10 ਜਿਹੜੇ ਨੇ ਦਰਖਤ ਉਹ ਲਾਏ ਜਾਣ ਹਰ ਮੋਟਰ ਤੇ। ਜੀ ਬਿਲਕੁਲ, ਇਹ ਹੁਕਮ ਸਰਕਾਰ ਨੇ ਦੇਣਾ। ਸਾਨੂੰ ਆਪ ਨੂੰ ਕਿੰਨੀ ਅਕਲ ਹੈ ਇਸ ਮਾਮਲੇ 'ਚ? ਜੇ ਅਸੀਂ ਜਿੱਥੇ ਸਾਡਾ ਪਲਾਟ ਹੈ, ਮੋਟਰ ਜਿਹੜੀ ਹੈ ਉਹ ਘੱਟੋ ਘੱਟ ਕਿੱਲਾ 1.5 ਕਿੱਲੇ ਤੋਂ ਘੱਟ ਤੇ ਨਹੀਂ ਲੱਗਦੀ ਨੇ, ਇੰਨਾ ਤਾਂ ਰਕਬਾ ਚਾਹੀਦਾ ਹਰ ਇੱਕ ਮੋਟਰ ਤੇ। ਤੇ ਜੇ ਉਸ ਵਾਸਤੇ ਅਸੀਂ 2 ਮਰਲੇ ਡੈਡੀਕੇਟ ਕਰ ਦੇਵਾਂਗੇ ਤਾਂ ਸਾਨੂੰ ਫਸਲ ਵਿੱਚੋਂ ਕਿੰਨਾ ਕੁ ਘਾਟਾ ਪੈ ਚੱਲਿਆ। ਮੈਂ ਆਪਣੀ ਨਿੱਜੀ ਜਾਣਕਾਰੀ ਦੇ ਆਧਾਰ ਤੇ ਗੱਲ ਕਰ ਸਕਦਾ ਹਾਂ ਕਿ ਜੇ ਥੋੜ੍ਹੀ ਜਿਹੀ ਸਿਆਣਪ ਨਾਲ ਕੋਈ ਦਰਖਤ ਲਾਏ ਜਾਣ ਤਾਂ ਰੋਟੇਸ਼ਨ ਦੇ ਵਿੱਚ ਉਹਨਾਂ ਨੂੰ 5, 7, 8, 10 ਸਾਲੀ 1-2 ਦਰਖਤ ਵੱਢ ਕੇ ਤੇ ਨਵੇਂ ਲਾ ਕੇ ਫਿਰ ਉਹਨਾਂ ਨੂੰ ਰਿਵਾਈਵ ਵੀ ਕੀਤਾ ਜਾਵੇ ਤੇ ਉਹ ਸਾਡੇ ਲਈ ਲੱਕੜ ਵੀ ਕੰਮ ਆ ਸਕਦੀ ਹੈ। ਇਸ ਨਾਲ ਸਾਡੇ ਵਾਤਾਵਰਣ ਤੇ ਕੀ ਅਸਰ ਪਏਗਾ ਉਹ ਸਾਰਿਆਂ ਨੂੰ ਪਤਾ ਹੈ। ਪਰ ਨਹੀਂ, ਸਾਡਾ ਲਾਲਚ ਹੈ, ਕੁਛ ਨਾ ਸਮਝੀ ਹੈ, ਕੁਛ ਜਿਹੜਾ ਪਿਛਲੇ ਦਿਨਾਂ 'ਚ ਕਾਰਨਾਮੇ ਹੋਏ ਨੇ। ਤੁਸੀਂ ਹੁਣ ਨਿਕਲੋ ਤਾਂ ਸਹੀ ਪੇਂਡੂ ਖੇਤਰਾਂ ਦੇ ਵਿੱਚ, ਕਣਕ ਦੇ ਨਾੜ ਨੂੰ, ਰਹਿੰਦ ਖੂੰਦ ਨੂੰ, ਨਾੜ ਤੇ ਹੁੰਦਾ ਨਾ ਜਿਸ ਨੂੰ ਕੰਬਾਈਨ ਕੱਟ ਕੇ ਨਿਕਲ ਜਾਂਦੀ ਹੈ ਤੇ ਫਿਰ ਰੀਪਰ ਫੇਰਨਾ ਹੁੰਦਾ। ਰੀਪਰ ਦੇ ਫਿਰਨ ਤੋਂ ਬਾਅਦ ਛੋਟੀ ਰਹਿੰਦ ਖੂੰਦ ਨੂੰ ਕਿਸਾਨ ਜੋ ਲੂੰਹਦੇ ਨੇ ਤੇ ਇੰਨੀ ਵੱਡੀ ਖੁਸ਼ਕੀ ਆ ਉਹ ਫਿਰ ਦੂਰ ਤੱਕ ਅੱਗ ਫੈਲਦੀ ਆ ਤੇ ਨੇੜੇ ਦੇ ਸਭ ਦਰਖਤਾਂ ਦਾ ਸਫਾਇਆ ਕਰਦੀ ਜਾਂਦੀ ਆ। ਦਰਖਤ ਜਿਸ ਨੂੰ ਇਹਨਾਂ ਦਿਨਾਂ ਦੇ ਵਿੱਚ ਸੇਕ ਪੈ ਗਿਆ ਭਾਈ, ਉਹਨੂੰ ਤੇ ਪਾਣੀ ਦੀ ਲੋੜ ਹੈ, ਉਹ ਕਿੱਥੋਂ ਬਚੇਗਾ? ਉਹ ਸ਼ਾਨਦਾਰ ਦਰਖਤ ਕਿੱਥੇ ਜਾਣਗੇ? ਸਰਕਾਰ ਇਸ ਮਾਮਲੇ ਦੇ ਵਿੱਚ ਪਿਛਲੀਆਂ ਸਾਲਾਂ ਦੇ ਵਿੱਚ ਖਾਨਾ ਪੂਰਤੀ ਕਰਦੀ ਰਹੀ ਹੈ। ਦਰਖਤ ਵੀ ਲੋਕਾਂ ਨੂੰ ਸੜਕਾਂ ਦੇ ਕੰਢੇ ਲਾਏ ਨੇ, ਲਵਾਏ ਨੇ। ਕੀ ਮੈਂ ਪੁੱਛ ਸਕਦਾ ਸਰਕਾਰ ਨੂੰ ਕਿ ਜਿਹੜੇ ਪਿਛਲੇ 50-50 ਸਾਲਾਂ ਤੋਂ ਸੜਕਾਂ ਦੇ ਕੰਢੇ ਇੰਨੇ ਵੱਡੇ ਵੱਡੇ ਸਫੈਦੇ ਲੱਗੇ ਹੋਏ ਨੇ ਜੋ ਧਰਤੀ ਦਾ ਖੂਨ ਪੀ ਰਹੇ ਨੇ ਰੋਜ਼, ਉਹ ਕਿਉਂ ਲੱਗੇ ਹੋਏ ਨੇ? ਉਹਨਾਂ ਦੀ ਜਗ੍ਹਾ ਤੇ ਵਧੀਆ ਦਰਖਤ ਕਿਉਂ ਨਹੀਂ ਲਗਾਏ ਜਾ ਰਹੇ? ਤੇ ਜਦੋਂ ਸੜਕ ਚੌੜੀ ਕਰਨ ਹਿੱਤ ਉਹਨਾਂ ਨੂੰ ਵੱਢਿਆ ਜਾਂਦਾ ਤੇ ਉਹਨਾਂ ਦੀ ਇਨਕਮ ਕਿੱਥੇ ਜਾਂਦੀ ਹੈ? ਇੰਨੇ ਵੱਡੇ ਵੱਡੇ ਦਰਖਤ ਹੁੰਦੇ ਨੇ। 50 ਜਗ੍ਹਾ ਤੇ ਤੁਹਾਨੂੰ ਮੈਂ 2 ਘੰਟਿਆਂ ਦੇ ਵਿੱਚ ਵਿਖਾ ਸਕਦਾ ਇੰਨੇ ਇੰਨੇ ਵੱਡੇ ਵੱਡੇ ਦਰਖਤ ਜਿਹੜੇ 50-50 ਸਾਲ ਦੀ ਉਮਰ ਤੇ ਲੱਗੇ ਹੋਏ ਨੇ। ਇਹ ਸਰਕਾਰਾਂ ਇਸ ਮਾਮਲੇ ਦੇ ਵਿੱਚ ਵਿਸਲੀਆਂ ਵੀ ਰਹੀਆਂ ਤੇ ਖਾਨਾ ਪੂਰਤੀ ਤੱਕ ਸੀਮਿਤ ਰਹੀਆਂ। ਪਰ ਰਾਜੇਵਾਲ ਸਾਹਿਬ ਨੇ ਮੁੱਦਾ ਸੋਹਣਾ ਉਠਾਇਆ। ਮੈਂ ਸਮਝਦਾ ਕਿ ਸਰਕਾਰ ਹੁਕਮ ਦੇਵੇ, ਇਸ ਤੋਂ ਪਹਿਲਾਂ ਅਕਲ ਕਰੀਏ। 10 ਤੇ ਬਹੁਤ ਹੀ ਦੂਰ ਦੀ ਗੱਲ ਹੈ, 3 ਜਾਂ 4 ਇਹ ਦਰਖਤ ਵੀ ਲਾ ਲਓ। 3-4 ਕਿਸਮ ਦੇ ਮੋਟੇ-ਮੋਟੇ ਜਿਹੜੇ ਨੇ ਦਰਖਤ ਨੇ ਉਹ ਲਾ ਲਓ ਮੋਟਰਾਂ ਦੇ ਉੱਪਰ ਤੇ ਬੱਲੇ ਬੱਲੇ ਹੋ ਜਾਵੇਗੀ। ਦੁਆਵਾਂ ਦੇਣਗੇ ਬੱਚੇ ਵੀ ਤੇ ਪੰਛੀ ਵੀ, ਜਿਨ੍ਹਾਂ ਦਾ ਰਹਿਣ ਬਸੇਰਾ ਹੋਵੇਗਾ ਤੇ ਤੁਸੀਂ ਵੀ ਦੁਪਹਿਰ ਨੂੰ ਆਰਾਮ ਕਰ ਸਕੋਗੇ। ਸੋਹਣਾ ਸੁਝਾਇਆ ਉਹਨਾਂ ਦਾ। ਜੀ ਕੁਲਦੀਪ ਜੀ, ਇੱਕ ਪਾਸੇ ਸਵਾਹ ਠੰਡੀ ਨਹੀਂ ਹੁੰਦੀ ਤੇ ਦੂਜੇ ਪਾਸੇ ਅੱਗ ਲੱਗ ਜਾਂਦੀ ਹੈ। ਕਿਸਾਨ ਆਗੂ ਕੋਈ ਬੋਲੇ ਨਹੀਂ, ਇਹਨਾਂ ਦੀ ਚੁੱਪੀ ਕਿੱਧਰ ਨੂੰ ਇਸ਼ਾਰਾ ਕਰਦੀ ਹੈ? ਬਹੁਤ ਮਾੜੀ ਗੱਲ ਹੈ, ਬਹੁਤ ਮਾੜੀ ਗੱਲ ਹੈ। ਮੈਂ ਸਮਝਦਾ ਕਿ ਜਿਸ ਬੇਬਾਕੀ ਦੇ ਨਾਲ ਕਿਸਾਨ ਆਗੂਆਂ ਨੂੰ ਪਿਛਲੇ ਸਾਲ ਜਾਂ ਪਿਛਲੇ 2 ਸਾਲਾਂ ਦੇ ਵਿੱਚ ਸਿੰਘੂ ਦੀ ਸਟੇਜ ਤੋਂ ਅਸੀਂ ਜਾਂ ਹੋਰਨਾਂ ਸਟੇਜਾਂ ਤੋਂ ਬੋਲਦਿਆਂ ਸੁਣਿਆ, ਸਰਕਾਰਾਂ ਦੇ ਆਹੂ ਲਾਉਂਦਿਆਂ ਹੋਰਨਾਂ ਕਿਸੇ ਨੂੰ ਬਖਸ਼ਿਆ ਨਹੀਂ। ਇਸ ਮੁੱਦੇ ਤੇ ਉਹਨਾਂ ਦਾ ਇੱਕ ਘੁੱਟਵਾਂ ਜਿਹਾ ਰਿਸਪੌਂਸ ਜਿਹੜਾ ਨਾ ਉਹ ਮਨਜ਼ੂਰ ਨਹੀਂ। ਦੇਖੋ, ਜਿਸ ਦਿਨ ਬਟਾਲੇ ਵਾਲੀ ਘਟਨਾ ਹੋਈ, ਮੈਂ ਉਸ ਦਿਨ ਆਖਿਆ ਸੀ ਕਿ ਬੱਚੇ ਬਚ ਗਏ ਨੇ, ਵਾਹਿਗੁਰੂ ਨੇ ਹੱਥ ਦੇ ਕੇ ਉਹਨਾਂ ਨੂੰ ਬਚਾਇਆ। ਪਰ ਇਹ ਘਟਨਾ ਪਹਿਲੀ ਤੇ ਆਖਰੀ ਨਾ ਸਮਝੋ। ਹੁਣ ਡੇਰਾ ਬੱਸੀ ਦੇ ਲਾਗੇ ਇੱਕ ਬੱਚੀ ਜਿਹੜੀ ਅੱਗ ਦੇ ਵਿੱਚ ਝੁਲਸ ਕੇ ਸੜ ਗਈ ਹੈ। ਕੌਣ ਜ਼ਿੰਮੇਵਾਰ ਹੈ ਇਸ ਦਾ? ਸਰਕਾਰਾਂ ਸਖਤੀ ਨਹੀਂ ਕਰ ਰਹੀਆਂ। ਉਹ ਸਾਰਿਆਂ ਨੂੰ ਪਤਾ ਹੈ ਕਿ ਵੋਟ ਦੀ ਰਾਜਨੀਤੀ ਹੈ, ਸਰਕਾਰਾਂ ਨੇ ਨਹੀਂ ਕਰਨਾ। ਪਰ ਸਾਨੂੰ ਆਪ ਨੂੰ ਸਮਝ ਚਾਹੀਦੀ ਹੈ। ਚੈਲੰਜ ਹੈ ਮੇਰਾ ਕਿ ਕਣਕ ਦਾ ਨਾੜ ਜਿਸ ਦੇ ਉੱਪਰੋਂ ਤੂੜੀ ਬਣਾ ਲਈ ਗਈ ਹੋਵੇ, ਉਸ ਨੂੰ ਤਿਆਰ ਕਰਨ ਲਈ ਕਿੰਨਾ ਕੁ ਖਰਚਾ ਲੱਗੇਗਾ ਤੇ ਕਿੰਨਾ ਕੁ ਸਮਾਂ ਲੱਗੇਗਾ? ਤੀਲ ਲਾਉਣ ਤੋਂ ਅਸੀਂ ਬਾਜ਼ ਕਿਉਂ ਨਹੀਂ ਆ ਸਕਦੇ? ਕਿਉਂ ਨਹੀਂ ਰੋਕਿਆ ਜਾ ਰਿਹਾ? ਕਦੋਂ ਦੀ ਅਸੀਂ ਸੁਣਦੇ ਹਾਂ ਕਿ ਸੈਟੇਲਾਈਟ ਦੇ ਜ਼ਰੀਏ ਜਿਹੜਾ ਸੀ ਉਹ ਸਖਤੀ ਕੀਤੀ ਜਾਵੇਗੀ। ਸਰਕਾਰਾਂ ਸਖਤੀ ਕਿਉਂ ਕਰਨ? ਤੁਸੀਂ ਆਪਣੇ ਆਪ ਵੀ ਤਾਂ ਆਪਣੀ ਆਵਾਜ਼ ਸੁਣੋ। ਇੰਨੀ ਭੈੜੀ ਕਿਸਮ ਦੀ ਇਸ ਵੇਲੇ ਗਰਮੀ ਪੈ ਰਹੀ ਹੈ, ਕੋਈ ਜਵਾਬ ਨਹੀਂ ਹੈ ਕਿਸੇ ਕੋਲ। ਪੰਛੀ ਤੇ ਇਨਸਾਨ ਤਰਾ ਕਰਦੇ ਪਏ ਨੇ। ਪਰ ਕਿਸਾਨ ਜਥੇਬੰਦੀਆਂ ਸਰਕਾਰਾਂ ਤੇ ਸ਼ਿਕੰਜਾ ਕੱਸਣ ਕੋਈ ਗੱਲ ਨਹੀਂ, ਆਪਣੀਆਂ ਮੰਗਾਂ ਰੱਖਣ ਕੋਈ ਗੱਲ ਨਹੀਂ। ਪਰ ਰਿਸਪੌਂਸਿਬਿਲਟੀ ਆਪਣਾ ਕੋਈ ਮੈਨੀਫੈਸਟੋ ਜਾਰੀ ਕਰਨ, ਪੰਜਾਬ ਦੇ ਲੋਕਾਂ ਵਾਸਤੇ ਕੋਈ ਐਲਾਨ ਜਾਰੀ ਕਰਨ ਕਿ ਰੱਬ ਦੇ ਵਾਸਤੇ ਇਹਨਾਂ ਕੰਮਾਂ ਤੋਂ ਗੁਰੇਜ਼ ਕਰੋ। ਇਸ ਅੱਗ ਨੂੰ, ਤੀਲਾਂ ਦੀ ਡੱਬੀ ਨੂੰ ਪਰਾਂ ਸੁੱਟ ਦਿਓ ਕਿਤੇ, ਸਾਨੂੰ ਨਹੀਂ ਲੋੜ। ਇਹ ਨਾੜ ਨੂੰ ਅੱਗ ਨਾ ਲਾਈ ਜਾਵੇ ਤੇ ਸਾਡਾ ਬਹੁਤ ਨੁਕਸਾਨ ਹੋਵੇਗਾ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ।
ਨਹੀਂ ਤੇ ਪਛਤਾਵਾਂਗੇ ਅਸੀਂ। ਜੀ ਅਗਲੇ ਮੁੱਦੇ ਵੱਲ ਰੁਖ ਕਰਦੇ ਹਾਂ, ਪਰ ਇਸ ਵੇਲੇ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ ਹੋ ਚੁੱਕਾ ਹੈ। ਬਹੁਤ ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖਣ ਵਾਲੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਪੰਜਾਬ ਦੇ ਮੁੱਦਿਆਂ ਤੇ ਹੀ ਆਉਂਦੇ ਹਾਂ ਦੁਬਾਰਾ। ਬਿਜਲੀ ਦਾ ਮੁੱਦਾ ਬਹੁਤ ਵੱਡਾ ਮੁੱਦਾ ਹੈ। ਕਦੇ ਮੰਗ ਜਿਹੜੀ ਆ ਲੋੜ ਨਾਲੋਂ ਵੱਧ ਜਾਂਦੀ ਆ, ਰੌਲਾ ਪੈ ਜਾਂਦਾ। ਕਦੇ ਚੋਰੀ ਨੂੰ ਲੈ ਕੇ ਰੌਲਾ ਪੈ ਜਾਂਦਾ ਵੀ ਉੱਥੇ ਚੋਰੀ ਹੋ ਗਈ। ਹੁਣ ਜਿਹੜੇ ਕੁੰਡੀਆਂ ਲਾਉਂਦੇ ਨੇ ਪੰਜਾਬ ਸਰਕਾਰ ਨੇ, ਉਹਨਾਂ ਨੂੰ ਕੁੰਡੀ ਲਾਤੀ ਹੈ। ਸਵਾਲ ਮੇਰਾ ਤੁਹਾਨੂੰ ਇਹ ਹੈ ਕਿ ਕਿੱਥੇ ਕਿੱਥੇ ਕਿਹਦੀ ਸ਼ਾਮਤ ਆ ਗਈ? ਇੰਟਰਸਟਿੰਗ ਗੱਲ ਇਹ ਹੈ ਕਿ ਸਰਕਾਰ ਵੱਲੋਂ ਜਿਹੜੀ ਮੁਹਿੰਮ ਚਲਾਈ ਗਈ ਹੈ, ਇਸ ਮੁੱਦੇ ਤੇ ਜਿਹੜਾ ਸਭ ਤੋਂ ਵੱਧ ਜਿਹੜੀ ਹੈਰਾਨੀਜਨਕ ਗੱਲ ਸਾਹਮਣੇ ਆਈ ਹੈ ਉਹ ਇਹ ਹੈ ਕਿ ਇਹ ਜਿਹੜੇ ਕੁੰਡੀਬਾਜ਼ ਫੜੇ ਗਏ ਨੇ, ਇਹਨਾਂ ਵਿੱਚੋਂ ਕੁੰਡੀਬਾਜ਼ ਹੈ ਕੌਣ-ਕੌਣ। ਇੱਕ ਦਿਨ ਅਸੀਂ ਪਹਿਲਾਂ ਵੀ ਦੱਸਿਆ ਸੀ ਕਿ 2 ਜ਼ਿਲ੍ਹਿਆਂ ਦੇ ਥਾਣੇ ਤੇ ਚੌਂਕੀਆਂ ਦੇ ਉੱਪਰ ਕਾਰਵਾਈ ਹੋਈ ਹੈ ਜੀ। 36 ਥਾਣੇ, 3 ਦਰਜਨ ਥਾਣੇ ਜਿਹੜੇ ਨੇ ਉਹ ਸਿੱਧੀ ਕੁੰਡੀ ਲਾਉਂਦੇ ਹੋਏ ਪਾਏ ਗਏ ਨੇ। ਇਹ 2-3 ਦਿਨ ਪਹਿਲਾਂ ਖਬਰ ਆ ਗਈ ਸੀ ਤੇ ਹੁਣ ਉਹਨਾਂ ਦੇ ਕਨੈਕਸ਼ਨ ਕੱਟਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ। ਜਿਹੜਾ ਕਨੈਕਸ਼ਨ ਹੈ ਹੀ ਨਹੀਂ, ਮੀਟਰ ਹੀ ਨਹੀਂ ਹੈ ਜਿੱਥੇ, ਉਹ ਕਨੈਕਸ਼ਨ ਕਿਹੜਾ ਕੱਟਿਆ ਜਾਵੇਗਾ ਉਹਨਾਂ ਦਾ। ਮੈਂ ਇੱਕ ਉਦਾਹਰਨ ਦਿੰਦਾ। ਇਸੇ ਤਰ੍ਹਾਂ ਇਹ ਕਈ ਚੌਂਕੀਆਂ ਪਹਿਲਾਂ ਪੰਜਾਬ ਸਰਕਾਰ ਨੇ ਜੋ ਕਦੇ ਰੱਖੀਆਂ ਹੁੰਦੀਆਂ ਸੀ ਤੇ ਫਿਰ ਉਹ ਬੰਦ ਕਰ ਦਿੱਤੀਆਂ, ਉਹਨਾਂ ਦੇ ਪੈਂਡਿੰਗ ਬਿੱਲ ਪਏ ਸੀ। ਫਿਰ ਦੁਬਾਰਾ ਜਦੋਂ ਉਹਨਾਂ ਨੂੰ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਜਿਹੜੇ ਨਵੇਂ ਚੌਂਕੀ ਇੰਚਾਰਜ ਜਾਂ ਥਾਣੇਦਾਰ ਸਾਹਿਬ ਆਏ, SHO ਸਾਹਿਬ, ਉਹਨਾਂ ਨੇ ਦੇਖਿਆ ਕਿ ਕਨੈਕਸ਼ਨ ਨਹੀਂ ਇੱਥੇ ਮਿਲ ਰਿਹਾ। ਉਹਨੇ ਅਪਲਾਈ ਕੀਤਾ ਤੇ ਕਨੈਕਸ਼ਨ ਮਹਿਕਮਾ ਦਿੰਦਾ ਨਹੀਂ ਸੀ। ਕਿਉਂ? ਪਿਛਲਾ ਬਿੱਲ ਪੈਂਡਿੰਗ ਸੀ। ਉਹ ਹੁਣ ਉਹਨਾਂ ਨੇ ਆਪਣੀ ਜੇਬ ਵਿੱਚੋਂ ਤੇ ਦੇਣਾ ਨਹੀਂ। ਇੱਕ ਗੱਲ ਸਮਝਣ ਵਾਲੀ ਹੈ ਕਿ ਨਲਾਇਕੀ ਸਰਕਾਰਾਂ ਦੀ ਰਹੀ ਹੈ। ਇਸ ਵਿੱਚ ਕਿਸੇ ਪੁਲਿਸ ਮੁਲਾਜ਼ਮ ਦਾ ਜਾਂ ESI ਦਾ ਜਾਂ SHO ਜਾਂ DSP ਜਾਂ SSP ਦਾ ਕਸੂਰ ਨਹੀਂ। ਇਹ ਸਰਕਾਰਾਂ ਦੀ ਉੱਪਰੋਂ ਸਿਖਰ ਤੋਂ ਨਲਾਇਕੀ ਰਹੀ ਹੈ ਜਿਨ੍ਹਾਂ ਨੇ ਇਹ ਸਿਸਟਮ ਕ੍ਰੀਏਟ ਕੀਤਾ। ਪਤਾ ਨਹੀਂ ਹੋਰ ਕਿੰਨੇ ਥਾਣੇ ਤੇ ਚੌਂਕੀ ਇਸ ਤਰ੍ਹਾਂ ਚੱਲਦੇ ਹੋਣਗੇ। ਹੁਣ ਕਿਹੜਾ ਉਹ ਆਪਣੀ ਜੇਬ 'ਚੋਂ ਦੇਣਗੇ ਜੇ ਜੁਰਮਾਨੇ ਪੈ ਰਹੇ ਨੇ। ਲੁਧਿਆਣਾ ਵਿੱਚ ਗਿੱਲ ਰੋਡ ਤੇ ਇੱਕ ਥਾਣੇ ਦਾ ਕਨੈਕਸ਼ਨ ਜਿਹੜਾ ਹੈ ਉਹ ਕੱਟਿਆ ਗਿਆ। 8 ਲੱਖ ਰੁਪਏ ਦਾ ਉਹਨਾਂ ਨੂੰ ਜੁਰਮਾਨਾ ਕੀਤਾ ਗਿਆ। ਬੜੀ ਵੱਡੀ ਗੱਲ ਹੈ ਕਿ ਸ਼ਹਿਰ ਦਾ ਇੱਕ ਇਸ ਤਰ੍ਹਾਂ ਦਾ ਥਾਣਾ ਹੋਵੇ ਤੇ ਉਸ ਤੋਂ ਇੰਨੀ ਵੱਡੇ ਪੱਧਰ ਦੇ ਵਿੱਚ ਬਿਜਲੀ ਚੋਰੀ ਦਾ ਉਹਨਾਂ 'ਤੇ ਇਲਜ਼ਾਮ ਲੱਗਾ ਹੋਵੇ। ਹੁਣ ਉੱਥੇ ਇਸ ਵੇਲੇ ਕਿਵੇਂ ਕੰਮ ਚੱਲੇਗਾ? ਅਮਨ ਕਾਨੂੰਨ ਦਾ ਮਸਲਾ ਹੈ ਤੇ ਉਹ ਜੇ ਉੱਥੇ ਕੋਈ ਕੰਪਿਊਟਰ ਨਹੀਂ ਚੱਲਦਾ ਜਾਂ ਕੋਈ ਉਹਨਾਂ ਦੀ ਆਪਣੇ ਵਾਇਰਲੈਸ ਸਿਸਟਮ ਬੰਦ ਹੋ ਜਾਂਦਾ ਹੈ, ਕੋਈ ਐਮਰਜੈਂਸੀ ਹਾਲਾਤ ਪੈਦਾ ਹੋ ਜਾਂਦੇ ਨੇ ਤੇ ਪੁਲਿਸ ਕੀ ਕਰੇਗੀ? ਉਹਨਾਂ ਦੇ ਹੱਥ ਵਿੱਚ ਕੀ ਰਹਿ ਜਾਂਦਾ? ਸਰਕਾਰਾਂ ਕਿਵੇਂ ਸੁੱਤੀਆਂ ਰਹੀਆਂ ਵਿਸਲੀਆਂ ਹੋ ਕੇ? ਇਸ ਕਾਰਵਾਈ ਨੂੰ ਹੁਣ ਇੱਕ ਤਰਫਾ ਨਾ ਬਣਾਇਆ ਜਾਵੇ। ਪੁਲਿਸ ਮਹਿਕਮੇ ਨੂੰ ਆਇਡੈਂਟੀਫਾਈ ਕੀਤਾ ਜਾਵੇ। ਸਾਡੇ ਹਸਪਤਾਲ ਤੇ ਪੁਲਿਸ ਇਹ ਬਹੁਤ 2 ਜ਼ਰੂਰੀ ਸੇਵਾਵਾਂ ਨੇ। ਸਕੂਲ ਵੀ ਆਉਂਦੇ ਨੇ, ਚਲੋ ਕੰਮ ਚੱਲ ਸਕਦਾ ਹੈ, ਪਿੰਡਾਂ ਵਿੱਚ ਜਿਉਂਦੇ ਜਾਗਦੇ ਲੋਕ ਨੇ, ਜਨਰੇਟਰ ਲਾ ਲੈਣਗੇ, ਪਰ ਇਹ 2 ਤੇ ਸਰਕਾਰਾਂ ਨੂੰ ਖੁਦ ਚਲਾਉਣੇ ਪੈਣਗੇ ਨਾ। ਜੇ ਥਾਣਿਆਂ ਨੂੰ ਨੋਟਿਸ ਜਿਹੜਾ ਦਿੱਤਾ ਜਾਵੇ ਇਸ ਵੇਲੇ ਤੇ ਜ਼ਿਆਦਾ ਬਿਹਤਰ ਹੋਵੇਗਾ। SSP ਨੂੰ ਹਦਾਇਤ ਕੀਤੀ ਜਾਵੇ, ਫੰਡ ਜਾਰੀ ਕੀਤੇ ਜਾਣ ਤੇ ਮਹਿਕਮੇ ਨੂੰ ਕਿਹਾ ਜਾਵੇ ਪਿਛਲਾ ਬੰਦ ਕਰੋ, ਗਾਂ ਦਾ ਇਹਨਾਂ ਦਾ ਮੀਟਰ ਚਾਲੂ ਕਰੋ ਤੇ ਫਿਰ ਦੇਖੋ ਕੌਣ ਨਹੀਂ ਦਿੰਦਾ। ਇਹ ਤੇ ਗੱਲ ਨਾ ਹੋਈ ਕਿ ਕਾਰਵਾਈ ਪਾ ਦਿੱਤੀ ਹੈ ਤੇ ਉਹ ਹੁਣ ਗਾਂ ਉਹਨਾਂ ਦਾ ਕੰਮ ਕਿਵੇਂ ਚੱਲੇਗਾ? ਇਹ ਤੇ ਅਮਨ ਕਾਨੂੰਨ ਦੀ ਸਥਿਤੀ ਖਰਾਬ ਕਰਨ ਵਾਲੀ ਗੱਲ ਹੈ। ਅੱਗੇ ਇਹੋ ਜਿਹੀਆਂ ਕਈ ਘਟਨਾਵਾਂ ਹੋ ਰਹੀਆਂ ਨੇ, ਵਿਗੜੇ ਹੋਏ ਨੇ ਕਈ ਗੱਲਾਂ 'ਚ ਹਾਲਾਤ। ਇਹਨਾਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ। ਕੱਲ੍ਹ ਨੂੰ ਕੋਈ ਹਸਪਤਾਲ ਕਨੈਕਸ਼ਨ ਨਹੀਂ, ਬਿਜਲੀ ਦਾ ਬਿੱਲ ਨਹੀਂ ਭਰੇਗਾ ਸਰਕਾਰੀ, ਉਹਦਾ ਕਨੈਕਸ਼ਨ ਕੱਟੋਗੇ, ਫਿਰ ਮਰੀਜ਼ਾਂ ਨੂੰ ਕੌਣ ਦੇਖੇਗਾ? ਜਾਂ ਇਹਨਾਂ ਦਾ ਸਿਸਟਮ ਕ੍ਰੀਏਟ ਕੀਤਾ ਜਾਵੇ ਕਿ ਇਸ ਇੱਕ ਚੌਂਕੀ ਦੇ ਵਿੱਚ ਇੱਕ AC ਜਾਂ ਇੱਕ ਵੱਡੇ ਥਾਣੇ ਵਿੱਚ 2 ਜਾਂ 3 ਜਾਂ ਜਿੰਨੇ ਵੀ ਜਿੱਥੇ ਚਾਹੀਦੇ ਨੇ ਸਾਈਜ਼ ਦੇ ਹਿਸਾਬ ਨਾਲ AC। ਮਸਲਾ ਏਸੀਆਂ ਦਾ ਹੀ ਹੈ ਸਾਰਾ। ਬਲਬਾਂ ਦੀ ਬਿਜਲੀ ਨਹੀਂ ਇੰਨੀ ਹੁੰਦੀ ਨਾ ਪੱਖਿਆਂ ਦੀ। ਤੁਸੀਂ ਵਾਹਵਾ ਸਾਰਾ ਇੱਕ ਕੰਪਲੈਕਸ ਲੈ ਕੇ ਉਹ ਸਾਰੇ ਦੀਆਂ ਲਾਈਟਾਂ ਜਗਾ ਦਿਓ, ਪੱਖੇ ਚਲਾ ਦਿਓ, ਉਹ ਉਨੀ ਬਿਜਲੀ ਨਹੀਂ ਫੂਕਣਗੇ ਜਿੰਨੀ ਇੱਕ AC ਖਿੱਚ ਲੈਂਦਾ। ਤੇ ਗਰਮੀ ਲੱਗਦੀ ਵੀ ਹੈ ਸਾਰਿਆਂ ਨੂੰ। ਸਿਸਟਮ ਹੀ ਇਹੋ ਜਿਹਾ ਹੁਣ ਬਣ ਗਿਆ, ਸਾਰਿਆਂ ਨੂੰ AC ਦੀ ਲੋੜ ਹੈ ਤੇ ਇਸ ਨੂੰ ਠੀਕ ਕਰਨ ਦੀ ਲੋੜ ਹੈ। ਸਰਕਾਰ ਇਸ ਮਾਮਲੇ ਤੇ ਸਖਤੀ ਜ਼ਰੂਰ ਕਰੇ, ਪਰ ਨਾਲ ਦੀ ਨਾਲ ਕੋਈ ਉਹਨਾਂ ਨੂੰ ਆਪਸ਼ਨ ਵੀ ਦੇਣੀ ਚਾਹੀਦੀ ਹੈ। ਆਖਰ ਸਰਕਾਰੀ ਮਹਿਕਮਾ ਜਾਂ ਤਾਂ ਕਹਿ ਦੇਣਗੇ ਭਾਈ ਇਹਨਾਂ ਦੇ ਅੱਜ ਤੋਂ ਮਾਫ ਨੇ ਤੇ ਅਸੀਂ ਮਹਿਕਮੇ ਨੂੰ ਫਿਰ ਦੇਵਾਂਗੇ ਬਿੱਲ ਆਪਣੇ ਕੋਲੋਂ ਦੇਵਾਂਗੇ। ਦੇਣਾ ਤਾਂ ਸਰਕਾਰ ਨੂੰ ਹੀ ਪੈਣਾ। ਹੁਣ ਪੁਲਿਸ ਨੂੰ ਕੋਈ ਆਮਦਨ ਤਾਂ ਹੁੰਦੀ ਨਹੀਂ। ਚਲੋ ਅੱਗੇ ਚੱਲਦੇ ਹਾਂ। ਇੱਕ ਪਰ ਇੰਟਰਸਟਿੰਗ ਫੈਕਟ ਜਿਹੜਾ ਇਸ ਦੇ ਵਿੱਚ ਹੋਰ ਆਇਆ ਉਹ ਹਨ ਡੇਰੇ। ਬਹੁਤ ਸਾਰੇ ਡੇਰੇ ਆਏ ਨੇ। ਹੁਣ ਅਸੀਂ ਨਾਮ ਨਹੀਂ ਲੈਣਾ ਕਿਸੇ ਦਾ। ਬੜੇ ਨਾਮੀ ਗ੍ਰਾਮੀ ਡੇਰੇ ਇਸ ਦੀ ਲਪੇਟ ਦੇ ਵਿੱਚ ਆ ਗਏ ਨੇ। 3000 ਤੋਂ ਵੱਧ ਛਾਪੇ ਮਾਰੇ ਨੇ ਤੇ 584 ਚੋਰ ਹੁਣ ਤੱਕ ਫੜੇ ਨੇ ਬਿਜਲੀ ਬੋਰਡ ਨੇ। ਸਭ ਤੋਂ ਹੈਰਾਨੀਜਨਕ ਜਿਹੜੀ ਗੱਲ ਹੈ ਕਿ ਮੈਂ ਹੋਰ ਤੁਹਾਡੇ ਨਾਲ ਸਾਂਝੀ ਕਰਦਾ, ਉਹ ਹੈ ਜਲੰਧਰ ਦੇ ਵਿੱਚ PAP ਕੰਪਲੈਕਸ, ਪੰਜਾਬ ਆਰਮਡ ਪੁਲਿਸ।
ਇੱਥੇ ਪੁਲਿਸ ਟ੍ਰੇਨਿੰਗ, ਸਪੋਰਟਸ, ਹੋਰ ਇਸ ਤਰ੍ਹਾਂ ਦੇ ਜਿਹੜੇ ਨੇ ਸਿਸਟਮ ਹੁੰਦਾ ਹੈ, ਅਤੇ ਬਹੁਤ ਸਾਰੇ ਰਿਹਾਇਸ਼ੀ ਮੁਲਾਜ਼ਮ ਜਿਹੜੇ ਨੇ PAP ਕੰਪਲੈਕਸ ਦੇ ਅੰਦਰ ਕੁਆਟਰਾਂ ਦੇ ਵਿੱਚ ਰਹਿੰਦੇ ਨੇ, ਅਫਸਰ ਵੀ ਨੇ, ਛੋਟੇ ਰੈਂਕ ਦੇ ਵੀ ਨੇ, ਸਾਰੇ ਨੇ। ਉੱਥੇ 124 ਕਨੈਕਸ਼ਨ ਜਿਹੜੇ ਸੀ ਉਹ ਚੈੱਕ ਕੀਤੇ ਗਏ PAP ਦੇ ਕੰਪਲੈਕਸ ਦੇ ਅੰਦਰ। 124 ਦੇ ਵਿੱਚੋਂ 23 ਜਿਹੜੇ ਸੀ ਉਹ ਚੋਰੀ ਕਰਦੇ ਪਾਏ ਗਏ। ਪੁਲਿਸ ਦੇ ਆਪਣੇ ਜਿਹੜੇ ਅਪਾਰਟਮੈਂਟਸ ਨੇ ਜਾਂ ਕੁਆਟਰ ਨੇ ਉਹਨਾਂ ਦੇ ਵਿੱਚ, ਤੇ ਉਹਨਾਂ 23 ਨੂੰ ਜਿਹੜਾ ਹੈ ਉਹ ਜੁਰਮਾਨਾ 6 ਲੱਖ ਦੇ ਲਾਗੇ ਜਿਹੜਾ ਉਹ ਕੀਤਾ ਗਿਆ। ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ਤਰ੍ਹਾਂ ਨੱਕ ਦੇ ਥੱਲੇ ਜਿਹੜੀ ਹੈ ਚੋਰੀ ਹੁੰਦੀ ਰਹੀ ਤੇ ਸਰਕਾਰਾਂ ਨੇ ਅੱਜ ਤੱਕ ਕੱਖ ਨਾ ਕੀਤਾ। ਮਾੜਾ ਸਿਸਟਮ ਹੁਣ ਤੱਕ ਕ੍ਰੀਏਟ ਕੀਤਾ ਗਿਆ। ਸਰਕਾਰ ਦੇ ਸਾਹਮਣੇ ਬਹੁਤ ਵੱਡਾ ਵਿਸ਼ਾਲ ਪਹਾੜ ਜਿਹੜਾ ਹੈ ਬਿਜਲੀ ਚੋਰੀ ਦਾ ਤੇ ਬਿਜਲੀ ਪੂਰਤੀ ਦਾ ਖੜਾ ਹੈ। ਆਉਣ ਵਾਲੇ 2-3 ਸਾਲ ਇਹ ਇਸੇ ਤਰ੍ਹਾਂ ਰਹੇਗਾ ਤੇ ਲਗਾਤਾਰ ਕੰਮ ਕਰਨਾ ਪਏਗਾ, ਤੇ ਸਾਨੂੰ ਸਾਰਿਆਂ ਨੂੰ ਸਮਝਣੀ ਪਏਗੀ ਇਹ ਗੱਲ ਕਿ ਭਾਈ ਬਿਜਲੀ ਚੋਰੀ ਨਾ ਕਰੀਏ। ਅਜੇ ਤੱਕ ਅੰਕੜੇ ਦੇ ਹਿਸਾਬ ਨਾਲ ਆਇਡੈਂਟੀਫਾਈ ਕਰਕੇ ਉਹ ਇਲਾਕਿਆਂ ਦੇ ਵਿੱਚ ਬਿਜਲੀ ਦਾ ਜਿਹੜੇ ਛਾਪੇਮਾਰੀ ਕੀਤੀ ਗਈ ਹੈ, ਜਿੱਥੇ ਟਰਾਂਸਮਿਸ਼ਨ ਜਿਹੜੀ ਪਾਵਰ ਸਪਲਾਈ ਕਿੰਨੀ ਜਾ ਰਹੀ ਹੈ ਸਰਕਾਰ ਵੱਲੋਂ, ਤੇ ਜਿਹੜੀ ਜਿੰਨੀ ਦਾ ਬਿੱਲ ਆ ਰਿਹਾ ਉਹਦਾ ਜਿਹੜਾ ਫਰਕ ਹੈ ਉਸ ਹਿਸਾਬ ਨਾਲ ਛਾਪੇਮਾਰੀ ਕੀਤੀ ਜਾ ਰਹੀ ਹੈ। ਜੀ ਕੁਲਦੀਪ ਜੀ, ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਮੁੱਦਾ ਆ ਉਹ ਵੀ ਅੱਜ ਕੱਲ੍ਹ ਬਹੁਤ ਭਖਿਆ ਪਿਆ। ਪੰਥਕ ਇਕੱਠ ਆਏ ਦਿਨ ਹੋ ਰਹੇ ਨੇ। ਜਿਹੜੇ SGPC ਦੇ ਪ੍ਰਧਾਨ ਨੇ ਧਾਮੀ ਹੋਰਾਂ ਨੇ ਕੱਲ੍ਹ 9 ਮੈਂਬਰੀ ਕਮੇਟੀ ਬਣਾਤੀ। ਸਵਾਲ ਮੇਰਾ ਇਹ ਹੈ ਕਿ ਹੁਣ ਹੋ ਜੂਗੀ ਬੰਦੀ ਸਿੰਘਾਂ ਦੀ ਰਿਹਾਈ? ਦੇਖੋ, ਗੱਲ ਹੈ ਜਿਹੜੀ ਕਮੇਟੀ ਬਣਾਈ ਗਈ ਉਸ ਵਿੱਚ ਸਰਦਾਰ ਹਰਜਿੰਦਰ ਸਿੰਘ ਧਾਮੀ ਖੁਦ, ਸੁਖਬੀਰ ਸਿੰਘ ਬਾਦਲ, ਸਿਮਰਨਜੀਤ ਸਿੰਘ ਮਾਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ, ਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਤੇ ਹਰਨਾਮ ਸਿੰਘ ਧੁੰਮਾ, ਇਹ ਤੇ ਬਾਬਾ ਨਿਹਾਲ ਸਿੰਘ ਹਰੀਆਂਵੇਲਾਂ ਵਾਲੇ ਧਰਨਾ ਦਲ, ਇਹਨਾਂ ਨੂੰ ਜਿਹੜਾ ਹੈ ਇਸ 9 ਮੈਂਬਰੀ ਕਮੇਟੀ ਵਿੱਚ ਜਗ੍ਹਾ ਦਿੱਤੀ ਗਈ ਹੈ। ਹੁਣ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਵੱਡਾ ਤੇ ਹੈ, ਪਰ ਕੀ ਇਹ ਜਿਹੜੀ ਕਮੇਟੀ ਹੈ ਇੰਡੀਪੈਂਡੈਂਟ ਤੌਰ ਤੇ ਮੈਂ ਇਸ ਨੂੰ ਇੰਝ ਵੇਖਦਾ ਹੈ ਕਿ ਕਿਹਨੂੰ ਰੱਖਿਆ ਗਿਆ, ਕਿਸ ਨੂੰ ਰੱਖਿਆ ਗਿਆ? ਉਹ ਇਹ ਹੈ ਕਿ ਸਾਰੀਆਂ ਪ੍ਰਮੁੱਖ ਧਿਰਾਂ ਜੋ ਉਸ ਦਿਨ ਬੈਠਕ ਵਿੱਚ ਸ਼ਾਮਲ ਹੋਈਆਂ ਸੀ ਉਹਨਾਂ ਨੂੰ ਇਸ ਵਿੱਚ ਨੁਮਾਇੰਦਗੀ ਜਿਹੜੀ ਹੈ ਸਾਰਿਆਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਤਾਂ ਕਿ ਸਾਰੇ ਦੀ ਆਵਾਜ਼ ਜਿਹੜੀ ਆ ਉਹ ਆਵੇ। ਪਰ ਮੈਂ ਸਮਝਦਾ ਕਿ ਕੀ ਇਹ ਜਿਹੜੀ ਆਵਾਜ਼ ਹੈ ਕਿਤੇ ਉਹੀ ਗੱਲ ਤਾਂ ਨਾ ਹੋਵੇਗਾ ਪਿਛਲੀਆਂ ਮੰਗਾਂ ਵਾਂਗ ਕਿ ਇਸ ਦਾ ਸਾਰਾ ਜਿਹੜਾ ਨਿਚੋੜ ਹੈ ਅਖੀਰ ਉਸ ਦਾ ਕਰਕਸ ਹੈ ਜਿਹੜਾ ਤੇ ਉਸ ਦਾ ਫਾਇਦਾ ਉਹ ਬਾਦਲ ਫੈਮਿਲੀ ਨੂੰ ਹੋਏਗਾ। ਇਹ ਅਜੇ ਇਸ ਦੇ ਬਾਰੇ ਕੁਝ ਨਹੀਂ ਕਹਿ ਸਕਦੇ। ਮੈਂ ਸਮਝਦਾ ਕਿ ਇਹ ਜਿਹੜੀਆਂ ਧਿਰਾਂ ਇਕੱਠੀਆਂ ਹੋਈਆਂ ਨੇ ਇਹ ਇਕੱਠੀਆਂ ਰਹਿਣ ਤੇ ਮੁੱਦੇ ਨੂੰ ਗੰਭੀਰਤਾ ਨਾਲ ਉਠਾਉਣ, ਪਰ ਕੋਈ ਇੱਕ ਇਸ ਦੇ ਵਿੱਚੋਂ ਵਿਅਕਤੀ ਸਿਆਸੀ ਲਾਹਾ ਨਾ ਲੈ ਜਾਵੇ। ਇਸ ਗੱਲ ਦਾ ਖਿਆਲ ਰੱਖਣਾ ਪਏਗਾ। ਸਾਨੂੰ ਸਮਝਣਾ ਪਏਗਾ, ਸੋਚਣਾ ਪਏਗਾ ਕਿ ਇਹ ਵਿਅਕਤੀ ਜੇ ਕੰਮ ਕਰ ਰਹੇ ਨੇ ਅਸੀਂ ਇਹਨਾਂ ਦੀ ਮਦਦ ਕਰੀਏ। ਸਾਰੀਆਂ ਹੋਰ ਜਥੇਬੰਦੀਆਂ ਵੀ ਜੇ ਕੋਈ ਆ ਸਕਦੀਆਂ ਨੇ ਤੇ ਉਹ ਵੀ ਆ ਜਾਣ। ਇਹ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਮਹੀਨਿਆਂ ਦੇ ਵਿੱਚ ਇਹਨਾਂ ਦੇ ਕੰਮਕਾਜ ਕਰਨ ਦੇ ਤਰੀਕਿਆਂ ਤੋਂ ਪਤਾ ਲੱਗੇਗਾ ਕਿ ਕਿੰਨੀ ਕੁ ਸੀਰੀਅਸ ਹੈ 9 ਮੈਂਬਰੀ ਕਮੇਟੀ। ਕੁਲਦੀਪ ਜੀ, ਜਾਂਦੇ ਜਾਂਦੇ ਗੱਲ ਕਰਦੇ ਹਾਂ ਜੋ ਦੀ। ਜੈਜੀਤ ਸਿੰਘ ਜੌਹਲ ਦੀ ਮਨਪ੍ਰੀਤ ਬਾਦਲ ਦਾ ਰਿਸ਼ਤੇਦਾਰ ਹੈ। ਕਦੇ ਮਨਪ੍ਰੀਤ ਬਾਦਲ ਨੂੰ ਦਬਾਲਦਾ, ਕਦੇ ਕਾਂਗਰਸ ਨੂੰ ਦਬਾਲਦਾ। ਪਰ ਸਵਾਲ ਇੱਥੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਹਾਂ ਕਿ ਮਨਪ੍ਰੀਤ ਬਾਦਲ ਸੱਚੀ ਬਾਗੀ ਹੈ? ਮਨਪ੍ਰੀਤ ਬਾਦਲ ਜੈਜੀਤ ਜੌਹਲ ਦੇ ਨਾਲ ਜਿਵੇਂ ਉਹਨਾਂ ਦੀ ਕਲੋਜ਼ਨੈਸ ਹੈ, ਰਿਸ਼ਤੇਦਾਰੀ ਹੈ, ਸਭ ਕੁਝ ਹੈ। ਜੇ ਜੈਜੀਤ ਜੌਹਲ ਦੀ ਗੱਲ ਨੂੰ ਫੋਲੋ ਕੀਤਾ ਜਾਵੇ ਤਾਂ ਜਿਹੜਾ ਉਹਨਾਂ ਨੇ ਲੰਬਾ ਚੌੜਾ ਟਵੀਟ ਕੀਤਾ ਹੈ ਉੱਥੋਂ ਲੱਗਦਾ ਕਿ ਮਨਪ੍ਰੀਤ ਬਾਦਲ ਜਿਹੜੇ ਨੇ ਉਹ ਦੁਖੀ ਨੇ, ਅੰਦਰੋਂ ਅੰਦਰੀ ਦੁਖੀ ਨੇ, ਤੇ ਚੁੱਪ ਉਹਨਾਂ ਨੇ ਵੱਟੀ ਹੋਈ ਹੈ। ਖੈਰ ਚੁੱਪ ਤੇ ਉਹਨਾਂ ਨੇ ਬੜੇ ਲੰਬੇ ਸਮੇਂ ਦੀ ਵੱਟੀ ਹੋਈ ਹੈ ਕਿ ਜਦੋਂ ਸਰਕਾਰ ਬਣੀ ਸੀ ਤੇ ਵਿੱਤ ਮੰਤਰੀ ਹੋ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਨੂੰ ਬਣਾਇਆ, ਫਿਰ ਇਹਨਾਂ ਨੂੰ ਪੁੱਛਿਆ ਕਿ ਸਾਲ ਕੁ ਹੋ ਗਿਆ, ਤੁਸੀਂ ਕਿਹਾ ਸੀ ਸਮਾਰਟਫੋਨ ਦੇਣੇ ਆ, ਤੇ ਉਹਨਾਂ ਨੇ ਸਿਰ 'ਚ ਫੇਰ ਦਿੱਤਾ, ਦੇਖਦੇ ਹਾਂ ਜੀ ਸ਼ਾਇਦ ਦੀਵਾਲੀ ਤੱਕ ਸ਼ਾਇਦ ਤੁਹਾਨੂੰ ਸਮਾਰਟਫੋਨ ਵਗੈਰਾ ਦੇ ਦਈਏ। ਚੁੱਪ ਵੱਟਣੀ ਉਹ ਖੂਬ ਜਾਣਦੇ ਨੇ। ਹੁਣ ਮਨਪ੍ਰੀਤ ਬਾਦਲ ਨੂੰ ਵੱਡੀ ਹਾਰ ਹੋਈ ਹੈ। 60,000 ਦੇ ਲਾਗੇ ਵੋਟਾਂ ਨਾਲੋਂ ਹਾਰੇ ਨੇ। ਅਕਾਲੀ ਦਲ ਨਾਲ ਉਹਨਾਂ ਦਾ ਪੁਰਾਣਾ ਨਾਤਾ ਰਿਹਾ। ਇਹ ਵੀ ਕਨਸੋਆਂ ਸਨ ਕਿ ਹੋ ਸਕਦਾ ਦੁਬਾਰਾ ਅਕਾਲੀ ਦਲ ਵਿੱਚ ਵਾਪਸ ਚਲੇ ਜਾਣ ਜੀ। ਪਰ ਇਸ ਵੇਲੇ ਹਾਲਤ ਪਤਲੀ ਹੈ ਅਕਾਲੀ ਦਲ ਦੀ ਵੀ ਤੇ ਮਨਪ੍ਰੀਤ ਸਿੰਘ ਬਾਦਲ ਦੀ ਕਾਂਗਰਸ 'ਚ ਰਹਿ ਕੇ ਵੀ। ਉਹਦਾ ਕਾਰਨ ਇਹ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੋਟਾਂ ਤੋਂ ਪਹਿਲਾਂ ਇਹ ਕਹਿ ਦਿੱਤਾ ਸੀ ਕਿ ਸਾਰੇ ਬਾਦਲਾਂ ਨੂੰ ਹਰਾਓ। ਉਹਨਾਂ ਦਾ ਸਪਸ਼ਟ ਸੁਨੇਹਾ ਸੀ ਕਿ ਮਨਪ੍ਰੀਤ ਬਾਦਲ ਨੂੰ ਵੀ ਹਰਾਓ, ਇਹ ਰਲੇ ਹੋਏ ਨੇ ਸਾਰੇ। ਉਹ ਇਹ ਕਹਿੰਦੇ ਸੀ ਕਿ ਮਨਪ੍ਰੀਤ ਬਾਦਲ ਦਾ ਸਿਰਫ ਵਜੂਦ ਕਾਂਗਰਸ ਦੇ ਵਿੱਚ, ਸਰੀਰ ਕਾਂਗਰਸ ਦੇ ਵਿੱਚ ਹੈ, ਅੰਦਰੋਂ ਇਹ ਅਕਾਲੀਆਂ ਦੇ ਨਾਲ ਨੇ। ਜੈਜੀਤ ਜੌਹਲ ਨੇ ਇਸ ਚੀਜ਼ ਨੂੰ ਹਾਈਲਾਈਟ ਕੀਤਾ ਕਿ ਮੈਂ ਉਦੋਂ ਚੁੱਪ ਰਿਹਾ, ਅਸੀਂ ਚੁੱਪ ਰਹੇ, ਅਨੁਸ਼ਾਸਨ ਸੀ, ਫਲਾਨਾ ਸੀ। ਭਾਰਤ ਭੂਸ਼ਣ ਆਸ਼ੂ ਦੀ ਇੱਕ ਆਡੀਓ ਦੀ ਗੱਲ ਕਰਦੇ ਨੇ ਕਿ ਉਹਨਾਂ ਨੇ ਇੱਕ ਜਗ੍ਹਾ ਕਹਿ ਦਿੱਤਾ ਕਿ ਮਨਪ੍ਰੀਤ ਬਾਦਲ ਨੂੰ ਵੋਟ ਨਾ ਪਾਇਓ। ਸਾਰੀਆਂ ਗੱਲਾਂ ਹੋਈਆਂ ਤੇ ਉਹ ਅਨੁਸ਼ਾਸਨੀ ਕਾਰਵਾਈ ਵਾਲਾ ਮਸਲਾ ਜਿਹੜਾ ਹੈ, ਸੁਨੀਲ ਜਾਖੜ ਦਾ ਨਾਮ ਵੀ ਆ ਗਿਆ ਕਿ ਦੇਖੋ ਸੁਨੀਲ ਜਾਖੜ ਤੇ ਕਾਰਵਾਈ ਹੋ ਗਈ ਹੈ, ਰਾਜਾ ਵੜਿੰਗ ਤੇ ਕਿਉਂ ਨਹੀਂ ਹੋਈ, ਭਾਰਤ ਭੂਸ਼ਣ ਆਸ਼ੂ ਤੇ ਕਿਉਂ ਨਹੀਂ ਹੋਈ। ਉਹ ਦੁਖੀ ਨੇ
ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਉਹਨਾਂ ਦੇ ਦੁਖੀ ਹੋਣ ਦੀ ਡਿਗਰੀ ਉਸ ਵੇਲੇ ਹੋਰ ਵੱਧ ਗਈ ਜਦੋਂ ਰਾਜਾ ਵੜਿੰਗ ਨੂੰ ਜਿਹੜਾ ਸੀ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਗਿਆ। ਹੁਣ ਕਮਾਨ ਉਹਨਾਂ ਦੇ ਹੱਥ ਹੈ ਤੇ ਰਾਜਾ ਵੜਿੰਗ ਠੋਕ ਕੇ ਗੱਲਾਂ ਕਰਦੇ ਨੇ। ਸੁਨੀਲ ਜਾਖੜ ਨੇ ਜਦੋਂ ਕਿਹਾ ਸੀ, ਇੰਨੀਆਂ ਗੱਲਾਂ ਕੀਤੀਆਂ ਕਿ ਕਾਂਗਰਸ ਨਾਲ 50 ਸਾਲ ਦਾ ਨਾਤਾ ਹੈ ਤੇ ਬੜਾ ਕੁਝ ਅਸੀਂ ਕੀਤਾ ਹੈ ਕਾਂਗਰਸ ਲਈ, ਉਹ ਉਲਟਾ ਕਹਿਣ ਲੱਗ ਪਏ ਰਾਜਾ ਵੜਿੰਗ, ਤੇ ਉਹ ਕਹਿੰਦੇ ਕਿ ਕਾਂਗਰਸ ਨੇ ਬਹੁਤ ਕੁਝ ਦਿੱਤਾ ਇਸ ਫੈਮਿਲੀ ਨੂੰ, ਇਸ ਤਰ੍ਹਾਂ ਨਹੀਂ ਸੀ ਬੋਲਣਾ ਚਾਹੀਦਾ, ਅਸੀਂ ਬਹੁਤ ਦੁਖੀ ਹਾਂ। ਕਾਂਗਰਸ ਦਾ ਇਸ ਵੇਲੇ ਖਲਾਰਾ ਪਿਆ ਹੋਇਆ, ਭਾਵੇਂ ਕਿ ਵਿਰੋਧੀ ਪਾਰਟੀ ਹੈ, ਅਕਾਲੀ ਦਲ ਨਾਲੋਂ ਵੱਧ ਸੀਟਾਂ ਨੇ ਉਹਨਾਂ ਕੋਲ, ਪਰ ਕਾਂਗਰਸ ਵਿੱਚ ਜਿੰਨੇ ਮੂੰਹ ਉਨੀਆਂ ਗੱਲਾਂ ਇਸ ਵੇਲੇ ਚੱਲ ਰਹੀਆਂ। ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਦੁਆਰਾ ਇਸ ਤਰ੍ਹਾਂ ਮੁੱਦਿਆਂ ਦਾ ਉਠਾਇਆ ਜਾਣਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਮਨਪ੍ਰੀਤ ਬਾਦਲ ਵੀ ਇਸੇ ਲਾਈਨ ਤੇ ਸੋਚਦੇ ਨੇ ਜਿਸ ਦਾ ਜਿਹੜਾ ਪ੍ਰਗਟਾਵਾ ਜੈਜੀਤ ਜੌਹਲ ਨੇ ਕੀਤਾ ਜੀ। ਹੁਣ ਜੌਹਲ ਜਿਹੜੇ ਨੇ ਉਹ ਕਿੰਨੇ ਕੁ ਸੀਰੀਅਸ ਨੇ ਆਪਣੇ, ਜਾਂ ਉਹਨਾਂ ਨੂੰ ਕੀ ਕੋਈ ਇਸ ਗੱਲ ਦੀ ਸ਼ੰਕਾ ਹੋ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਇਹੋ ਜਿਹੀ ਗੱਲਬਾਤ ਹੋ ਜਾਵੇਗੀ ਜਿਸ ਨਾਲ ਮਨਪ੍ਰੀਤ ਬਾਦਲ ਨੂੰ ਕਾਂਗਰਸ ਵਿੱਚੋਂ ਲਾਂਭੇ ਜਾਂ ਕੋਈ ਅਨੁਸ਼ਾਸਨੀ ਕਾਰਵਾਈ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਜਾਵੇਗੀ। ਦੁਖੀ ਨੇ, ਆਪਣਾ ਕੁਝ ਬਣਦਾ ਨਹੀਂ ਉਹਨਾਂ ਨੂੰ ਦਿਸ ਰਿਹਾ। ਕਾਂਗਰਸ ਦੇ ਵਿੱਚ ਹਾਰ ਵੀ ਵੱਡੀ ਹੋਈ ਹੈ, ਸਿਆਸੀ ਭਵਿੱਖ ਇਸ ਵੇਲੇ ਦਾਅ 'ਤੇ ਲੱਗਾ ਹੋਇਆ, ਪਰ ਕਾਂਗਰਸ ਜਿਹੜਾ ਉਦੈਪੁਰ ਦੇ ਵਿੱਚ ਚਿੰਤਨ ਸ਼ਿਵਰ ਜਾਂ ਕੋਈ ਹੋਰ ਲੱਗਾ ਹੋਇਆ ਸੀ, ਉਸ ਦੇ ਵਿੱਚ ਕੀ ਇਕੱਲੇ ਪੰਜਾਬ ਦਾ ਹੀ ਮਸਲਾ ਵਿਚਾਰਿਆ ਹੋਵੇਗਾ? ਉਹਨਾਂ ਨੂੰ ਤੇ ਆਪਣੀ ਪਈ ਹੋਈ ਹੈ ਲੋਕ ਸਭਾ ਦੀ, ਫਿਰ ਲੋਕ ਸਭਾ ਦੀਆਂ ਵੋਟਾਂ ਸਿਰ ਤੇ ਆ ਖਲੋਤੀਆਂ ਨੇ, 2 ਸਾਲ ਰਹਿ ਗਏ ਨੇ, 2 ਤੋਂ ਵੀ ਘੱਟ ਸਮਾਂ, ਤੇ ਇਹ ਕਿੱਧਰ ਨੂੰ ਜਾ ਰਹੀ ਹੈ ਕਹਾਣੀ? ਕਾਂਗਰਸ ਇਸ ਵੇਲੇ ਸਥਿਤੀ ਪਤਲੀ ਹੈ। ਰਾਜਸਥਾਨ ਦੇ ਵਿੱਚ ਵੀ ਤੁਸੀਂ ਵੇਖ ਲਿਆ, ਉੱਤਰਾਖੰਡ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ, ਹੋਰ ਸਟੇਟਾਂ ਦੇ ਵਿੱਚ ਕਾਂਗਰਸ, ਪੰਜਾਬ ਦੇ ਵਿੱਚ ਆਪਣੇ ਆਪ ਨੂੰ ਬਹੁਤ ਵਧੀਆ ਸਮਝਦੀ ਸੀ, ਇੱਥੋਂ ਵੀ ਉਹਨਾਂ ਨੇ ਆਧਾਰ ਆਪਣਾ ਗਵਾ ਲਿਆ ਤੇ ਇਸ ਵੇਲੇ ਬਹੁਤ ਪਾਸਿਆਂ ਵੱਲ ਉਹਨਾਂ ਨੇ ਮੂੰਹ ਕੀਤੇ ਹੋਏ ਨੇ ਜੀ। ਦਰਸ਼ਕਾਂ ਕੋਲੋਂ ਵਿਦਾ ਲੈਣ ਦਾ ਵੇਲਾ ਆ ਗਿਆ ਹੈ। ਕੁਲਦੀਪ ਜੀ, ਤੁਸੀਂ ਸਟੂਡੀਓ 'ਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਾ ਹੋਵੇਗਾ। ਕਮੈਂਟਸ ਕਰਕੇ ਤੁਸੀਂ ਆਪਣੀ ਰਾਏ ਵੀ ਦੇ ਸਕਦੇ ਹੋ ਤੇ ਅਸੀਂ ਕੱਲ ਨੂੰ ਫਿਰ ਨਵੇਂ ਮੁੱਦੇ ਲੈ ਕੇ ਹਾਜ਼ਰੀ ਭਰਾਂਗੇ। ਤੁਸੀਂ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ ਹੈ ਜੀ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।